ਸਤਨਾਮ ਵਾਹਿਗੁਰੂ ਜੀਓ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਾਲ ਅਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹੱਲਾ ਨੌਵਾਂ। ਜੇ ਪ੍ਰਾਨੀ ਹੋਮੈ ਤਜੀ, ਕਰਤਾ ਰਾਮ ਪਛਾਨ। ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ। ਜੇ ਪ੍ਰਾਨੀ ਹੋਮੈ ਤਜੀ, ਕਰਤਾ ਰਾਮ ਪਛਾਨ। ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਦਰਗਾਹੋਂ ਆਏ ਹੋਏ ਅਨਮੋਲ ਬਚਨ, ਉਹਨਾਂ ਵੱਲੋਂ ਦਿੱਤੀ ਹੋਈ ਸੂਝ ਮੁਤਾਬਕ ਰਲ ਮਿਲ ਕੇ ਥੋੜ੍ਹਾ ਬਹੁਤ ਯਤਨ ਕਰ ਰਹੇ ਹਾਂ ਵੀ ਸਤਿਗੁਰੂ ਦਾ ਸੰਦੇਸ਼ ਸਾਡੀ ਸਮਝ ਗੋਚਰੇ ਆਵੇ। ਅਸੀਂ ਉਸ ਦੇ ਮੁਤਾਬਕ ਆਪਣੀ ਜ਼ਿੰਦਗੀ ਦਾ ਹਰ ਕਦਮ ਪੁੱਟੀਏ। ਜਿਹੋ ਜਿਹਾ ਇਨਸਾਨ ਨਿਰੰਕਾਰ ਨੇ ਬਣਾ ਕੇ ਭੇਜਿਆ ਅਤੇ ਬੰਦਾ ਕੁਝ ਹੋਰ ਹੀ ਬਣ ਗਿਆ, ਉਹੋ ਜਿਹਾ ਦੁਬਾਰਾ ਇਨਸਾਨ ਸਤਿਗੁਰੂ ਸਾਹਿਬਾਨ ਚਾਹੁੰਦੇ ਨੇ ਇਸ ਧਰਤੀ 'ਤੇ ਬਣ ਕੇ ਵਿਚਰੇ। ਮਹਾਰਾਜ ਜੀ ਨੇ ਤਰਸ ਕੀਤਾ ਹੈ ਭਈ ਸਾਨੂੰ ਆਪਣੇ ਬਣਾਇਆ ਹੈ ਵੀ ਤੁਸੀਂ ਸਾਡੇ ਹੋ। ਉਹਨਾਂ ਲਈ ਤਾਂ ਕੋਈ ਵੀ ਬੇਗਾਨਾ ਨਹੀਂ, ਪਰ ਫਿਰ ਵੀ ਇੱਕ ਉਚੇਚਾ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ, ਸਤਿਗੁਰੂ ਕੀ ਸੋਭਤ ਵਿੱਚ ਬੈਠਦੇ ਹਾਂ। ਉਹਨਾਂ ਦੀ ਪਵਿੱਤਰ ਬਾਣੀ ਦੇ ਬਚਨ ਆਪਾਂ ਗਾਉਂਦੇ, ਪੜ੍ਹਦੇ, ਸੁਣਦੇ, ਸੁਣਾਉਂਦੇ। ਘੱਟੋ ਘੱਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਨਿਵਾਉਣ ਵਾਲਾ ਉਹੀ ਇਹੋ ਜਿਹਾ ਇਨਸਾਨ ਬਣ ਜਾਏ, ਜਿਹੜੇ ਇਨਸਾਨ ਦੇ ਅੰਦਰ ਰੱਬ ਦੀ ਬਖਸ਼ੀ ਇਨਸਾਨੀਅਤ ਹੋਵੇ। ਇਨਸਾਨੀਅਤ ਜਿਹੜੀ ਸੰਸਾਰ ਨੂੰ ਸੁੱਖ ਵੰਡੇ, ਕਲੇਸ਼ ਨਾ ਵੰਡੇ। ਉਹ ਇਨਸਾਨ ਜਿਨ੍ਹਾਂ ਰਾਹਾਂ ਤੋਂ ਲੰਘ ਜਾਏ, ਉਹਦੇ ਮਗਰੋਂ ਪਿਆਰਾਂ ਦੀ ਖੁਸ਼ਬੂ ਫੈਲਦੀ ਜਾਏ, ਉਹਦੇ ਮਗਰ ਮਗਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸ਼ਲੋਕਾਂ ਦੇ ਰੂਪ ਵਿੱਚ ਚੱਲ ਰਹੇ ਨੇ। 19 ਨੰਬਰ ਸ਼ਲੋਕ ਹੈ, ਜਿਹਦਾ ਆਪ ਜੀ ਨੇ ਹੁਣੇ ਪਾਠ 2 ਵਾਰ ਸਰਵਨ ਕੀਤਾ ਹੈ। ਸ਼ਲੋਕ ਦੀਆਂ 2 ਪੰਕਤੀਆਂ ਨੇ ਅਤੇ ਅੱਜ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਰਸਾ ਰਹੇ ਨੇ। ਅਕਾਲ ਪੁਰਖ ਦੀ ਪਛਾਣ ਕਰਨੀ ਹੋਵੇ ਤੇ ਕੀ ਢੰਗ ਅਪਣਾਉਣਾ ਪਵੇਗਾ। ਰੱਬ ਦੀ ਪਛਾਣ ਕਰਨੀ ਹੈ ਤੇ ਉਹਦੀ ਪਛਾਣ ਕਿਵੇਂ ਕੀਤੀ ਜਾਵੇ, ਕਿਉਂਕਿ ਆਪਾਂ ਪਹਿਲਾਂ ਕਦੇ ਮਿਲੇ ਨਹੀਂ ਤੇ ਉਹਨਾਂ ਨੂੰ ਪਛਾਣਾਂਗੇ ਕਿਵੇਂ। ਪਛਾਣੀਦਾ ਤੇ ਉਹਨੂੰ ਹੈ ਵੀ ਵੇਖਾਂ ਇਹ ਬੰਦਾ ਉਹੀ ਹੈ ਮੇਰਾ ਰਿਸ਼ਤੇਦਾਰ, ਮਿੱਤਰ ਜਾਂ ਭੈਣ ਭਰਾ, ਜਿਹੜਾ ਚਿਰਾਂ ਤੋਂ ਸੀ ਵਿਛੜਿਆ। ਕਿਉਂਕਿ ਅਸੀਂ ਵੇਖਿਆ ਤੇ ਦੁਬਾਰਾ ਪਛਾਣਾਂਗੇ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਪਹਿਲਾਂ ਕਦੇ ਵੇਖਿਆ ਹੀ ਨਹੀਂ ਅਸੀਂ, ਅਤੇ ਅਸੀਂ ਉਹਦੀ ਪਛਾਣ ਕਿਵੇਂ ਕਰਾਂਗੇ। ਕੋਈ ਗੱਲ ਹੀ ਨਹੀਂ ਬਣਦੀ। ਪਰ ਸਤਿਗੁਰੂ ਕਹਿੰਦੇ ਉਹਦੀ ਪਛਾਣ ਕਰੋ,
ਢੰਗ ਤਰੀਕਾ ਦੱਸਦੇ ਨੇ। ਤਰੀਕਾ ਕੀ ਦੱਸਿਆ ਨੇ? ਕਹਿੰਦੇ ਐ ਇਨਸਾਨ ਤੈਨੂੰ ਆਪਣੀ ਖੌਮੇ ਛੱਡਣੀ ਪਵੇਗੀ ਤੇ ਫਿਰ ਤੂੰ ਅਕਾਲ ਪੁਰਖ ਦੀ ਪਛਾਣ ਕਰ ਸਕੇਂਗਾ। ਅਕਾਲ ਪੁਰਖ ਵਾਹਿਗੁਰੂ ਜਿਹੜਾ ਘੱਟ ਘੱਟ ਵਿੱਚ ਵੱਸਦਾ ਏ, ਉਹਨੂੰ ਵੇਖਣ ਲਈ ਖੌਮੇ ਦਾ ਤਿਆਗ ਕਰਨਾ ਪੈਂਦਾ ਹੈ। ਪਰ ਖੌਮੇ ਗੁਰੂ ਕੇ ਪਿਆਰਿਓ ਸਾਨੂੰ ਦਿਖਾਵੇਗਾ ਕੌਣ ਵੀ ਅਸੀਂ ਜੋ ਕਰ ਰਹੇ ਹਾਂ ਖੌਮੇ ਵਿੱਚ ਕਰ ਰਹੇ ਹਾਂ ਕਿ ਖੌਮੇ ਤੋਂ ਰਹਿਤ ਕਰ ਰਹੇ ਹਾਂ। ਬਹੁਤੀ ਵਾਰੀ ਤੇ ਸਾਡਾ ਅੰਦਰ ਇਹੀ ਕਹਿੰਦਾ ਹੈ ਨਾ, ਸਾਡੇ ਵਿੱਚ ਖੌਮੇ ਨਹੀਂ, ਜਦੋਂ ਕਿ ਇਹ ਖੌਮੇ ਨਾਲ ਭਰੇ ਹੋਈਦਾ ਹੈ। ਅਸੀਂ ਨਿੱਕੀ ਨਿੱਕੀ ਗੱਲ ਨੂੰ ਵੇਖਦੇ ਹਾਂ, ਮੇਰੇ ਤੋਂ ਖੌਮੇ 'ਚੋਂ ਨਿਤਨੇਮ ਨਾ ਦੱਸਿਆ ਜਾਵੇ, ਮੇਰੇ 'ਚ ਖੌਮੇ ਨਾ ਆ ਜਾਵੇ, ਮੈਂ ਰੋਜ਼ ਪਾਠ ਕਰਦਾ, ਇਹ ਨਹੀਂ। ਹਉਮੈ ਬੜੀ ਗਹਿਰਾ ਜਾਗ ਕੇ ਵਾਰ ਕਰਦੀ ਏ, ਉਹ ਕੇਵਲ ਸਤਿਗੁਰੂ ਹੀ ਦਿਖਾ ਸਕਦੇ ਨੇ। ਮੈਂ ਅੱਜ ਇਸ ਗੱਲ ਨੂੰ ਸਮਝਣ ਲਈ ਥੋੜ੍ਹਾ ਜਿਹਾ ਤੁਹਾਡਾ ਉਚੇਚਾ ਧਿਆਨ ਚਾਹੁੰਦਾ। ਤੁਸੀਂ ਹਮੇਸ਼ਾ ਹੀ ਉਚੇਚਾ ਕਰਦੇ ਹੋ, ਪਰ 3 ਹਸਤੀਆਂ ਨੇ, ਕਿਉਂਕਿ ਸਵਾਲ ਏ ਅਕਾਲ ਪੁਰਖ ਨੂੰ ਪਛਾਣਨਾ ਹੋਵੇ ਤੇ ਕੀ ਕਰੀਏ? ਉਹ ਤੇ ਕਦੇ ਵੇਖਿਆ ਨਹੀਂ। ਸਤਿਗੁਰੂ ਜੀ ਨੇ ਬਚਨ ਕੀਤਾ, ਖੌਮੇ ਛੱਡੋ, ਜੇ ਪ੍ਰਾਨੀ ਖੌਮੈ ਤਜੀ। ਜਿਸ ਬੰਦੇ ਨੇ ਹਉਮੈ ਤਿਆਗ ਦਿੱਤੀ, ਕਰਤਾ ਰਾਮ ਪਛਾਣ, ਉਹਨੇ ਅਕਾਲ ਪੁਰਖ ਨੂੰ ਪਛਾਣ ਲਿਆ। ਕਹੋ ਨਾਨਕ ਵੋ ਮੁਕਤ ਨਰ ਈਮਨ ਸਾਚੀ ਮਾਨ। ਉਹ ਬੰਦਾ ਮੁਕਤ ਤੇ ਜਿਉਂਦਿਆਂ ਜੀ, ਉਹਨੂੰ ਕੋਈ ਖਤਰਾ ਨਹੀਂ 84 ਲੱਖ ਜੂਨ ਦਾ, ਮਰ ਕੇ ਕਿੱਥੇ ਜਾਣਾ, ਹੁਣ ਕੀ ਬਣੇਗਾ, ਕੱਲ ਕੀ ਬਣੇਗਾ, ਬਿਲਕੁਲ ਆਜ਼ਾਦ ਹੋ ਕੇ ਜ਼ਿੰਦਗੀ ਜੀਵੇਗਾ। ਤੇ ਨਾਵੇਂ ਸਤਿਗੁਰੂ ਕਹਿੰਦੇ ਮਨਾ ਇਹ ਗੱਲ ਸੱਚੀ ਮਨ ਐਵੇਂ ਨਾ ਸਮਝ। ਜਰਾ ਇਸ ਨੂੰ ਇਸ ਦਾ ਵਿਸਤਾਰ ਸਮਝੀ, ਕਿਉਂਕਿ ਰੱਬ ਦਿਸਦਾ ਨਹੀਂ, ਪਛਾਣਾਂਗੇ ਕਿਵੇਂ? ਸਾਹਿਬ ਕਹਿੰਦੇ ਨਿਰੰਕਾਰ ਦੇ 3 ਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਿਆਨ ਕੀਤੇ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਉਹ ਬਚਨ ਕੀਤੇ। ਅਕਾਲ ਪੁਰਖ ਦੀ ਜੋਤ ਸਤਿਗੁਰੂ ਵਿੱਚ ਵਰਤਦੀ ਏ। ਆਸਾ ਜੀ ਦੀ ਵਾਰ ਵਿੱਚ ਬਚਨ ਹੁੰਦਾ ਹੈ ਨਾ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਇੱਥੇ ਤੇ ਇਸ਼ਾਰਾ ਸੀ ਨਾ ਖੌਮੇ ਤਿਆਗਣੀ। ਹੁਣ ਇੱਥੇ ਸਵਾਲ ਆ ਗਿਆ, ਕਹਿੰਦੇ ਜਿਹਨੂੰ ਰੱਬ ਨੂੰ ਪਾਉਣਾ ਉਹਨੂੰ ਵਿਚਕਾਰ ਸਤਿਗੁਰੂ ਜੀ ਖੜੇ ਕਰਨੇ ਪੈਣਗੇ। ਬਿਨ ਸਤਿਗੁਰ, ਜੇ ਸਤਿਗੁਰੂ ਨਹੀਂ ਆਏ, ਸਾਨੂੰ ਪਤਾ ਹੀ ਨਹੀਂ ਖੌਮੇ ਕੀ ਹੁੰਦੀ ਹੈ, ਉਹਨੂੰ ਪਿਆਰ ਕਿਵੇਂ ਕਰਨਾ, ਉਹਦੀ ਪਛਾਣ ਕਿਵੇਂ ਕਰਨੀ, ਉਹ ਕਿਹੜੀਆਂ ਅੱਖਾਂ ਨੇ, ਕਿਵੇਂ ਬਣਦੀਆਂ ਨੇ, ਨਹੀਂ ਪਤਾ ਲੱਗਣਾ। ਤੋ ਗਰੀਬ ਨਵਾਜ ਪਿਤਾ ਜੀ ਦਾ ਹੁਕਮ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਕਹਿੰਦੇ ਦੁਨੀਆ ਵਾਲਿਓ ਇਹ ਨਾ ਸਮਝਿਓ ਭਈ ਸਤਿਗੁਰੂ ਜੀ ਹੋਰ ਨੇ ਤੇ ਅਕਾਲ ਪੁਰਖ ਵਾਹਿਗੁਰੂ ਹੋਰ ਨੇ। ਨਹੀਂ, ਸਤਿਗੁਰੂ ਦੇ ਵਿੱਚ ਹੀ ਅਕਾਲ ਪੁਰਖ ਦੀ ਜੋਤ ਹੁਣ ਜਗਮਗਾ ਰਹੀ ਹੈ। ਉੱਥੇ ਜਗਮਗਾਉਂਦੀ, ਭਾਵੇਂ ਪਾਣੀ ਸਾਰੀ ਧਰਤੀ ਦੇ ਥੱਲੇ ਹੋਵੇ, ਪਰ ਧਰਤੀ ਵੱਲ ਮੂੰਹ ਕਰਕੇ ਪਿਆਸ ਨਹੀਂ ਨਾ ਬੁੱਝੇਗੀ। ਜਿੱਥੇ ਬੋਰ ਕਰਕੇ ਪਾਣੀ ਨਿਕਲ ਰਿਹਾ ਹੈ, ਨਲਕੇ ਦੇ ਰੂਪ ਅੰਦਰ, ਟਿਊਬਵੈੱਲ ਦੇ ਰੂਪ ਅੰਦਰ, ਜਿਵੇਂ ਵੀ ਜਿੱਥੇ ਖੂਹ ਹੈ, ਉੱਥੋਂ ਹੀ ਆਪਾਂ ਪਾਣੀ ਪੀ ਕੇ ਪਿਆਸ ਬੁਝਾ ਸਕਦੇ ਹਾਂ। ਨਿਰੰਕਾਰ ਦੀ ਜੋਤ, ਉਹਦੀ ਸੱਤਿਆ, ਉਹਦੀ ਤਾਕਤ ਪੂਰੀ ਸ੍ਰਿਸ਼ਟੀ ਵਿੱਚ ਹੈ, ਪਰ ਸਤਿਗੁਰੂ ਵਿੱਚ ਉਹ ਆਪ ਪ੍ਰਤੱਖ ਬੈਠੇ ਨੇ। ਪ੍ਰਗਟ ਸ਼ਬਦ ਵਰਤਿਆ, ਉੱਥੇ ਪੂਰੀ ਸ਼ਕਤੀ ਹੈ। ਬਾਕੀ ਜਗ੍ਹਾ 'ਤੇ ਥੋੜ੍ਹੀ ਥੋੜ੍ਹੀ ਜਿੰਨਾ ਕੋ ਬੰਦਾ ਜਰ ਸਕਦਾ ਹੈ, ਓਨੀ ਤਾਕਤ ਸਤਿਗੁਰੂ ਜੀ ਕਹਿੰਦੇ ਭਈ ਸਤਿਗੁਰ ਵਿੱਚ ਆਪ ਰੱਖਿਓ। ਆਪ ਦਾ ਮਤਲਬ ਪਰਮਾਤਮਾ। ਕਰ ਪ੍ਰਗਟ ਆਖ ਸੁਣਾਇਆ, ਤੇ ਦੁਨੀਆ ਨੂੰ ਸੁਣਾ ਦਿੱਤਾ ਜੇ ਭਈ ਇਹ ਤੇ ਸਤਿਗੁਰੂ ਪਰਮੇਸ਼ਰ ਇੱਕੋ ਨੇ। ਪੁਰਾਤਨ ਜਨਮ ਸਾਖੀ ਭਾਈ ਬਾਲੇ ਵਾਲੀ, ਉਹਦੇ ਵਿੱਚ ਬਚਨ ਮਿਲਦੇ ਨੇ। ਜਦੋਂ ਸਤਿਗੁਰੂ ਜੀ ਸੁਲਤਾਨਪੁਰ ਸਾਹਿਬ ਵੇਈ ਨਦੀ ਤੋਂ ਬਾਹਰ ਆਉਂਦੇ ਨੇ, ਜਦੋਂ 3 ਦਿਨ ਅਲੋਪ ਹੋਏ, ਜੋ ਕੁਛ ਵਾਰਤਾਲਾਪ ਸੱਚਖੰਡ ਦੇ ਮਾਲਕ ਅਕਾਲ ਪੁਰਖ ਨਾਲ ਹੋਈ, ਉਹ ਬਹੁਤ ਪਿਆਰੇ ਜਿਹੇ ਬਚਨ ਲਿਖੇ ਹੋਏ ਨੇ। ਸੋ ਜੀਵਾਨਾਂ ਲਈ ਉਹ ਬੜਾ ਅਨਮੋਲ ਖਜ਼ਾਨਾ ਹੈ, ਅਣਜਾਣ ਬੰਦੇ ਲਈ ਉਹ ਕੇਵਲ ਕਹਾਣੀਆਂ ਨੇ। ਨਿਰੰਕਾਰ ਕਹਿਣ ਲੱਗੇ, ਜਾਓ ਨਾਨਕ ਜੀ ਜਗਤ ਤੇ, ਜਗਤ ਦਾ ਭਲਾ ਕਰੋ। ਹੋਰ ਅਨੇਕਾਂ ਬਚਨਾਂ 'ਚ ਜਿਹੜਾ ਇੱਕ ਬਚਨ ਸੀ, ਤੁਹਾਡੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ, ਸਿਰਫ ਨਾਵਾਂ ਦਾ ਫਰਕ ਕਿ ਮੈਂ ਖਾਂ ਪਾਰ ਬ੍ਰਹਮ ਪਰਮੇਸ਼ਰ ਤੇ ਤੁਸੀਂ ਹੋ ਗੁਰ ਪਰਮੇਸ਼ਰ। ਹੈ ਪਰਮੇਸ਼ਰ ਹੀ, ਪਾਰ ਜਿਹੜਾ ਗੁਰ ਸ਼ਬਦ ਹੈ, ਜਿਹੜਾ ਜਗਤ ਨੂੰ ਗੁਰ ਦੇਵੇਗਾ ਵੀ ਪਛਾਣ ਕਿਵੇਂ ਕਰਨੀ। 2 ਹਸਤੀਆਂ ਹੋ ਗਈਆਂ,
ਹੁਣ ਤੀਜੀ ਹਸਤੀ ਸਤਿਗੁਰੂ ਜੀ ਜੋੜਦੇ ਨੇ, ਸਿੱਖ ਗੁਰੂ ਗੁਰੂ ਸਿੱਖ ਹੈ ਏਕੋ ਗੁਰ ਉਪਦੇਸ਼ ਚਲਾਏ। ਜਿਹੜੀ ਕੋਈ ਵੀ ਰੂਹ ਭਾਵੇਂ ਬੀਪਾਏ ਚਾਹੇ ਆਦਮੀ, ਉਹ ਸਵਾਲ ਨਹੀਂ। ਜਿਹੜੀ ਮਨੁੱਖੀ ਸਰੀਰ ਦੇ ਅੰਦਰ ਕੋਈ ਕਮਾਈ ਕਰ ਕਰਕੇ ਆਤਮਾ ਉਹਦੇ ਵਿੱਚ ਆਪੇਦ ਖੋ ਗਏ, ਜਿਹਨੂੰ ਸਤਿਗੁਰੂ ਭਗਤ ਜਨ, ਸੰਤ ਜਨ, ਸਾਧ ਜਨ, ਸੇਵਕ ਜਨ, ਗੁਰਮੁਖ ਜਨ, ਸ਼ਾਹ ਪਾਤਸ਼ਾਹ ਕਹਿੰਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਕਹਿੰਦੇ, ਉਹਦੇ ਵਿੱਚ ਕੋਈ ਫਰਕ ਨਹੀਂ ਜੇ। ਅਕਾਲ ਪੁਰਖ ਸਤਿਗੁਰੂ ਜੀ ਅਤੇ ਸਤਿਗੁਰੂ ਵਿੱਚ ਅਭੇਦ ਖੋਈ ਉਹ ਮਹਾਂਪੁਰਖ ਦੀ ਆਤਮਾ, ਤਿੰਨਾਂ ਦਾ ਦਰਜਾ ਬਰਾਬਰ। ਕਲਗੀਆਂ ਵਾਲੇ ਦਾ ਇੱਕ ਬੱਚਾ ਨੇ, ਸਾਹਿਬ ਕਹਿੰਦੇ ਆਤਮ ਰਸ ਜੋ ਜਾਣਹੀ ਸੋ ਕਹਿ ਖਾਲਸ ਦੇਵ ਪ੍ਰਭ ਮੈਂ। ਅਕਾਲ ਪੁਰਖ ਵਿੱਚ ਮੋਹ ਮੈਂ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਵਿੱਚ ਪ੍ਰਭ ਮੈਂ ਮੋਹ ਮੈਂ ਤਾਸ ਮੈਂ। ਤਾਸ ਦਾ ਅਰਥ ਜਿਹਨੂੰ ਆਤਮ ਰਸ ਜਿਹਦੇ ਅੰਦਰ ਦਿਨੇ ਰਾਤ ਚੱਲ ਰਿਹਾ ਹੈ, ਉਹਦੇ ਵਿੱਚ ਰੰਚਕ ਨਾਖੀ ਭੇਵ, ਉਹਦਾ ਰਾਈ ਮਾਤਰ ਵੀ ਕੋਈ ਫਰਕ ਨਾ ਸਮਝਿਆ ਜੀ, ਇੱਕੋ ਗੱਲ ਹੈ। ਹੁਣ ਅਕਾਲ ਪੁਰਖ ਵਾਹਿਗੁਰੂ ਤਾਂ ਸਭ ਵੇਖੇ ਨਹੀਂ, ਆਪਾਂ ਸਤਿਗੁਰੂ ਜੀ ਵੀ ਵੇਖੇ ਨੇ, ਕਿਉਂਕਿ ਸਾਡੇ ਵਿੱਚ ਬਿਰਾਜਮਾਨ ਹੋਏ ਨੇ ਅਤੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀ ਹੋਈ ਇਸ ਜਗਤ ਦੇ ਭਲੇ ਲਈ ਮਹਾਰਾਜ ਆਪਣੇ ਬਖਸ਼ਿਆਂ ਨੂੰ ਵੀ ਹਮੇਸ਼ਾ ਇਸ ਜਗਤ 'ਤੇ ਰੱਖਦਾ, ਜਗਤ ਦੇ ਭਲੇ ਲਈ। ਹੁਣ ਸਵਾਲ ਇਹ ਸੀ ਵੀ ਪਛਾਣ ਕਿਵੇਂ ਕਰੀਏ। ਚਲੋ ਰੱਬ ਤੇ ਦਿਸਦਾ ਨਹੀਂ, ਉਹਦੀ ਪਛਾਣ ਤੇ ਨਹੀਂ ਕਰਾਂਗੇ, ਪਰ ਸਤਿਗੁਰੂ ਨੂੰ ਤੇ ਅਸੀਂ ਪਛਾਣ ਸਕਦੇ ਹਾਂ, ਪਰ ਗੁਰੂ ਕੇ ਪਿਆਰਿਓ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਛਾਣ ਕੀ, ਅਸੀਂ ਇਹ ਕਹਾਂਗੇ ਵੀ ਮਹਾਰਾਜ ਜੀ ਦੇ 14 ਸੋਤੀ ਅੰਗ ਨੇ, ਮੇਰੇ ਸਤਿਗੁਰੂ ਜੀ ਦੇ ਵਿੱਚ ਇੰਨੇ ਰਾਗਾਂ ਵਿੱਚ ਬਾਣੀ ਹੈ, 36 ਗੁਰੂ ਸਾਹਿਬਾਨ ਭਾਵ 36 ਸਤਿਪੁਰਸ਼ ਸਤਿਗੁਰੂ ਤੇ ਭਗਤ ਜਨ, ਉਹਨਾਂ ਦੇ ਮਹਾਨ ਪੁਰਖਾਂ ਦੀ ਬਾਣੀ ਹੈ। ਪਹਿਲਾਂ ਤਤਕਰਾਏ ਮਹਾਰਾਜ ਜੀ ਦੇ ਸਰੂਪ ਦੀ ਜਲਦ ਬੜੀ ਪਿਆਰੀ ਹੈ, ਮਹਾਰਾਜ ਜੀ ਤੇ ਸੋਹਣੇ ਰੁਮਾਲਾ ਸਾਹਿਬ ਭੇਟ ਕਰੀਦੇ ਨੇ। ਇਹ ਨੇ ਮੇਰੇ ਮਹਾਰਾਜ ਜਿਨ੍ਹਾਂ 'ਤੇ ਅਸੀਂ ਸੋਹਣੇ ਸੋਹਣੇ ਚੰਦੋਏ ਲਾਉਂਦੇ ਹਾਂ, ਚੌਰ ਚਲਾਈਦਾ, ਅਰਦਾਸਾਂ ਕਰੀਦੀਆਂ ਨੇ। ਨਹੀਂ ਪਿਆਰਿਓ, ਸਤਿਗੁਰੂ ਦੀ ਪਛਾਣ ਕਰਨੀ ਹੋਰ ਗੱਲ ਏ, ਸਤਿਗੁਰੂ ਦੀ ਅਸੀਂ ਪਛਾਣ ਨਹੀਂ ਕੀਤੀ। ਇਹ ਤਾਂ ਜਦੋਂ ਅਸੀਂ ਸਤਿਗੁਰੂ ਨੂੰ ਪਛਾਣ ਕੇ ਤੇ ਨਹੀਂ ਨਾ ਜੁੜੇ। ਬੱਚਾ ਜਦੋਂ ਜਨਮ ਲੈਂਦਾ, ਖੋਜ ਸੰਭਾਲਦਾ, ਮਾਪੇ ਕਹਿੰਦੇ ਇਹ ਨੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਪਿਆਰਿਓ, ਉਹਨੇ ਆਪ ਤੇ ਕੋਈ ਤਜਰਬਾ ਨਹੀਂ ਕੀਤਾ, ਮਾਪਿਆਂ ਨੇ ਨਹੀਂ ਕੀਤਾ। ਉਹਨਾਂ ਦੇ ਮਾਪਿਆਂ ਨੇ ਇਹ ਕਿਹਾ ਸੀ ਵੀ ਆਪਾਂ ਕਿਸੇ ਬੰਦੇ ਨੂੰ ਨਹੀਂ ਮੰਨਣਾ, ਸਤਿਗੁਰੂ ਨੂੰ ਮੰਨਣਾ, ਅਤੇ ਸਤਿਗੁਰੂ ਇਹ ਨੇ। ਉਹਨਾਂ ਨੇ ਵੀ, ਇਹਦੇ ਮਾਪਿਆਂ ਨੇ ਵੀ ਕੇਵਲ ਕਿਹਾ ਸੀ, ਇਹਨੇ ਅੱਗੋਂ ਕਹਿ ਲਿਆ। ਪਛਾਣ ਕੌਣ ਕਰਦੇ ਨੇ? ਜਿਹੜਾ ਕੋਈ ਬਾਹਰਲੇ ਧਰਮਾਂ 'ਚੋਂ ਆਉਂਦਾ, ਬਾਹਰਲੇ ਮਜ਼ਹਬ 'ਚੋਂ ਆਉਂਦਾ, ਉਹ ਸਤਿਗੁਰੂ ਜੀ ਦੇ ਜਦੋਂ ਸਿਧਾਂਤ ਨੂੰ ਵੇਖਦਾ ਅਤੇ ਹੈਰਾਨ ਹੋ ਜਾਂਦਾ। ਕਮਾਲ ਏ, ਇਹੋ ਜਿਹੇ ਤੁਹਾਡੇ ਕੋਲ ਖਜ਼ਾਨਾ ਪਿਆ ਏ। ਉਹ ਸਦਾ ਲਈ ਉਹਨਾਂ ਦਾ ਸਿਰ ਝੁਕ ਜਾਂਦਾ ਹੈ। ਉਹਨਾਂ ਨੂੰ ਸੁਰਤੀ ਦੀ ਅੱਖ ਪਛਾਣੇਗੀ। ਸਤਿਗੁਰੂ ਨੂੰ ਗੁਰੂ ਕੇ ਪਿਆਰਿਓ, ਸਾਨੂੰ ਤਾਂ ਜਿਵੇਂ ਅਸੀਂ ਕਥਾ ਕਰਦੇ ਹਾਂ ਜਾਂ ਕੋਈ ਠਾਡੀ ਵੀਰ ਜਾਂ ਵੱਡਿਆਂ ਨੇ ਸੁਣਾਈਆਂ ਨੇ ਸਾਖੀਆਂ, ਅਸੀਂ ਆਪਣੇ ਅੰਦਰ ਇੱਕ ਪਿਕਚਰ ਬਣਾਈਏ ਵੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਇੱਦਾਂ ਦੇ ਨੇ, ਉਹ ਸਾਡੀ ਬਣਾਈਏ। ਅਸੀਂ ਕੋਈ ਪਛਾਣਿਆ ਕੀ? ਸਤਿਗੁਰੂ ਨੂੰ ਪਛਾਣਿਆ। ਸਤਿਗੁਰੂ ਨੂੰ ਪਛਾਣਨ ਦਾ ਮਤਲਬ ਹੁੰਦਾ ਏ ਸਾਡੇ ਸਾਹਮਣੇ ਗੱਲ ਹੋਵੇ ਵੀ ਜਿਹੜੇ ਸਤਿਗੁਰੂ ਜੀ ਨੇ ਇਹ ਸ੍ਰਿਸ਼ਟੀ ਦੇ ਮਾਲਕ ਬੈਠੇ ਨੇ। ਲਫ਼ਜ਼ਾਂ ਨਾਲ ਤੇ ਬਹੁਤ ਲੋਕ ਕਹਿ ਰਹੇ ਨੇ, ਏਡੇ ਏਡੇ ਸੋਹਣੇ ਸ਼ਬਦ ਨੇ। ਪਹਿਲਾਂ ਸ਼ੁਰੂ ਕਰਦਿਆਂ ਚਵਰ ਤਖਤ ਦੇ ਮਾਲਕ, ਦੋ ਜਖਾਨਾਂ ਦੇ ਵਾਲੀ, ਕੁਝ ਫਾਰਸੀ ਦੇ ਸ਼ਬਦ, ਕੁਝ ਹਿੰਦੀ ਦੇ, ਕੁਝ ਗੁਰਮੁਖੀ ਦੇ। ਇਹ ਸਾਰੇ ਅਲਫਾਜ਼ਾਂ ਨਾਲ ਨਹੀਂ ਕੋਈ ਕਹਿ ਸਕਦਾ ਮੈਂ ਗੁਰੂ ਨੂੰ ਪਛਾਣ ਲਿਆ। ਪਿਆਰਿਓ, ਪਛਾਣਨਾ ਕਿਵੇਂ ਜਾਂਦਾ ਏ? ਸਤਿਗੁਰੂ ਕਹਿੰਦੇ ਉਹਦਾ ਤਰੀਕਾ ਤੁਹਾਨੂੰ ਦੱਸਿਆ ਏ। ਗੁਰੂ ਦੀ ਪਛਾਣ ਕੇਵਲ ਤੇ ਕੇਵਲ ਕਰੇਗਾ ਜਿਹੜਾ ਸਿੱਖ ਬਣਦਾ ਏ। ਕਿਉਂਕਿ ਕੌਮੇ ਤਿਆਗਣੀ ਦਾ ਮਤਲਬ ਕੀ, ਇਹਨੂੰ ਸਮਝਣਾ। ਸਿੱਖ ਦਾ ਮਤਲਬ ਹੈ ਜਿਹੜਾ ਸਿੱਖ ਰਿਹਾ ਹੈ। ਵੇਖੋ, ਗੁਰੂ ਦੀ ਪਛਾਣ ਕਰਨ ਦੀ ਗੱਲ ਚੱਲ ਰਹੀ। ਰੱਬ ਦੀ ਜਾਂ ਗੁਰੂ ਦੀ ਪਛਾਣ ਮਹਾਂਪੁਰਖ ਦੀ ਇੱਕੋ ਹੀ ਤਰੀਕਾ ਤਿੰਨਾਂ ਲਈ, ਕੌਮੇ ਛੱਡਣੀ ਪਵੇਗੀ। ਹੁਣ ਕੌਮੇ ਕੀ ਕਰਦੀ ਏ ਅਤੇ ਕੌਮੇ ਨੂੰ ਛੱਡ ਕੇ ਕੀ ਹੁੰਦਾ ਏ? ਕੌਮੇ ਕਹਿੰਦੀ ਮੈਂ ਜਾਣਦਾ ਖਾਂ, ਮੈਨੂੰ ਪਤਾ ਏ। ਅਸੀਂ ਇਹੀ ਕਹਾਂਗੇ ਨਾ
ਮੈਨੂੰ ਪਤਾ ਹੈ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਮੈਨੂੰ ਪਤਾ ਹੈ ਮੇਰੇ 10 ਗੁਰੂ ਸਾਹਿਬਾਨ ਨੇ, ਮੈਨੂੰ ਪਤਾ ਹੈ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਚੇਤਾ ਰੱਖੀ, ਜਿੰਨਾ ਚਿਰ ਤੂੰ ਕਹਿ ਰਿਹਾ ਨਾ ਮੈਂ ਜਾਣਦਾ ਵਾਂ, ਤੂੰ ਗੁਰੂ ਨਾਨਕ ਸਾਹਿਬ ਬਾਰੇ ਅਜੇ ਤੱਕ ਕੱਖ ਨਹੀਂ ਜਾਣਿਆ, ਗੁਰੂ ਗ੍ਰੰਥ ਸਾਹਿਬ ਬਾਰੇ। ਜਿਸ ਦਿਨ ਤੇਰੇ ਅੰਦਰ ਮੁੱਕ ਗਈ ਨਾ ਵੀ ਮੈਂ ਨਹੀਂ ਜਾਣ ਸਕਿਆ ਵੀ ਸਤਿਗੁਰੂ ਜੀ ਕੀ ਕਹਿੰਦੇ ਨੇ। ਪਤਾ ਜੀ ਨਾ ਜਪਜੀ ਸਾਹਿਬ ਵਿੱਚ ਬਚਨ ਜੇ 5ਵੀਂ 6ਵੀਂ ਪੌੜੀ ਏ, ਜੇ ਖੋ ਜਾਣਾ। ਜਿਹੜੇ ਜਾਣਦੇ ਨੇ ਨਾ, ਪਛਾਣਦੇ ਨੇ ਮੇਰੇ ਸਤਿਗੁਰੂ ਨੂੰ, ਆਖਾਂ ਨਾ ਕਿ ਉਹ ਆਖਦੇ ਨਹੀਂ, ਉਹ ਸਦਾ ਲਈ ਆਪਣਾ ਆਪ ਹੀ ਸਤਿਗੁਰੂ ਦੇ ਹਵਾਲੇ ਕਰ ਦਿੰਦੇ ਨੇ। ਉਹ ਵੱਖਰੇ ਰਹਿ ਹੀ ਨਹੀਂ ਸਕਦੇ। ਜਿਨ੍ਹਾਂ ਨੂੰ ਪਛਾਣ ਖੋ ਗਏ ਉਹ ਕਦੇ ਅਲੱਗ ਆਪਣੇ ਉਹ ਸਰੀਰ ਨਹੀਂ ਸਮਝਣਗੇ, ਉਹਨਾਂ ਕੋਈ ਵੱਖਰੀ ਖੂੰਦ ਨਹੀਂ ਖੋਏਗੀ, ਕੋਈ ਵੱਖਰਾ ਮਾਨ ਨਹੀਂ ਕਰਨਗੇ। ਸਤਿਗੁਰੂ ਕਹਿੰਦੇ ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਖਾਰ ਨਾ ਜਾਣਾ ਰੇ। ਕਹਿੰਦੇ ਸਭ ਤੋਂ ਵੱਡਾ ਅਣਜਾਣ ਉਹਨੂੰ ਆਖੋ ਜਿਹੜਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਜਾਣ ਲਿਆ ਹੈ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਉਹਨੇ ਕੁਛ ਨਹੀਂ ਜਾਣਿਆ। ਜਿਹੜਾ ਜਿਹਨੂੰ ਜਾਣਨਾ ਸੀ ਉਹ ਤੇ ਤੇਰੀ ਅੱਖ ਤੋਂ ਅਜੇ ਪਰੇ ਹੈ। ਅਜੇ ਤੇਰੇ ਅੰਦਰ ਵਿਸ਼ੇ ਵਿਕਾਰ ਨੇ, ਦੁਨਿਆਵੀ ਕੇਵਲ ਉਹ ਖਿਆਲ ਜਿਹੜੇ ਮਨੁੱਖ ਨਾਲ, ਉਹ ਰੱਬ ਨਾਲ ਤੋੜਦੇ ਨੇ। ਜਿਹੜਾ ਉਹਨੂੰ ਪਛਾਣ ਲੈਂਦਾ ਉਹਦੀਆਂ ਅੱਖਾਂ ਤੇ ਹੋਰ ਕੁਝ ਵੇਖ ਹੀ ਨਹੀਂ ਸਕਦੀਆਂ। ਅੰਦਰੋਂ ਵੀ ਉਹਨੂੰ ਵੇਖਣਗੀਆਂ ਤੇ ਬਾਹਰੋਂ ਵੀ ਜਗਤ ਦਾ ਜਲਵਾ ਉਹਨੂੰ ਵੇਖਣਗੀਆਂ। ਭਾਈ ਕਨ੍ਹੱਈਆ ਨੇ ਜਦੋਂ ਪਛਾਣਿਆ ਸੀ ਤੇ ਕੇਵਲ ਸਤਿਗੁਰੂ ਜੀ ਦੇ ਸਾਹਮਣੇ ਨਹੀਂ ਸੀ ਝੁਕਦੇ, ਦੁਸ਼ਮਣ ਤੇ ਮਿੱਤਰ ਵੀ ਉਹਨਾਂ ਦੀ ਅੱਖ ਤੋਂ ਦੂਰ ਹੈ। ਉਹਨਾਂ ਨੂੰ ਪਤਾ ਹੀ ਨਹੀਂ ਵੀ ਕੌਣ ਮਿੱਤਰ ਤੇ ਕੌਣ ਦੁਸ਼ਮਣ, ਇੱਕੋ ਇੱਕ ਨਜ਼ਰ ਆਉਂਦਾ ਹੈ। ਸਭ ਤੋਂ ਪਹਿਲੀ ਗੱਲ ਜਪਜੀ ਸਾਹਿਬ ਵਿੱਚ ਬਚਨ ਨੇ, ਜੇ ਖੋ ਜਾਣ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ। ਜੀ ਆ ਵੀ ਸੋਝੀ ਤੁਹਾਨੂੰ ਕਿੱਥੋਂ ਮਿਲੀ, ਗੁਰਾ ਇੱਕ ਦੇਹ ਬੁਝਾਈ। ਮੈਨੂੰ ਗੁਰੂ ਸਾਹਿਬ ਨੇ ਇੱਕ ਗੱਲ ਅੰਦਰੋਂ ਸਮਝਾ ਦਿੱਤੀ ਜਦੋਂ ਮੈਂ ਪਛਾਣਿਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਮੈਨੂੰ ਉਹ ਭੁੱਲੇ ਹੀ ਨਾ, ਮੰਗ ਨਹੀਂ ਰਿਹਾ। ਕਹਿੰਦੇ ਮੈਨੂੰ ਕੋਣ ਵਿਸਰਦਾ ਹੀ ਨਹੀਂ ਜਦੋਂ ਦਾ ਉਹਨਾਂ ਨੂੰ ਪਛਾਣਿਆ ਆਖੈ। ਹਉਮੈ ਕਹੇਗੀ ਮੈਂ ਜਾਣਦਾ ਖਾਂ। ਜਿਹੜਾ ਹਉਮੈ ਤੋਂ ਜਿਹੜਾ ਸਿੱਖ ਹੈ ਉਹ ਤਾਂ ਕਹਿੰਦਾ ਅਜੇ ਮੈਂ ਸਿੱਖਦਾ ਵਾਂ, ਉਹਨੇ ਤਾਂ ਕਹਿਣਾ ਹੀ ਨਹੀਂ ਮਹਾਰਾਜ ਜੀ ਹੁਣ ਤੁਸੀਂ ਹੋਰ ਗੱਲ ਕਰੋ, ਨਾਮ ਬਾਰੇ ਤਾਂ ਮੈਨੂੰ ਪਤਾ ਲੱਗ ਗਿਆ। ਮਹਾਰਾਜ ਜੀ ਕਹਿਣਗੇ ਤੂੰ ਗੁਰਬਾਣੀ ਨੂੰ ਨਾ ਚਿੱਤੈ ਚਿੱਤ ਸਮਾਏ ਤਖੂ ਐ ਰੰਗ ਕਣਾ। ਜ਼ੁਬਾਨ ਤੋਂ ਤੂੰ ਪੜ੍ਹਦੇ ਚਿੱਤ ਨਾਲ ਲਾ ਕੇ ਪੜ੍ਹ, ਉਹ ਨਹੀਂ ਮੇਰੇ ਤੋਂ ਹੁੰਦਾ। ਮਹਾਰਾਜ ਠੀਕ ਹੈ ਮੈਂ ਕੋਸ਼ਿਸ਼ ਕਰਾਂਗਾ, ਹੋਰ ਕੋਈ ਬਚਨ ਸੁਣਾਓ। ਅਸੀਂ ਹਮੇਸ਼ਾ ਅਗਲੀ ਕੋਈ ਗੱਲ ਜਾਣਨੀ ਚਾਹੁੰਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਕਹਾਣੀ ਗੁਰੂ ਗ੍ਰੰਥ ਸਾਹਿਬ ਨੂੰ ਪਛਾਣਨੀ ਪਿਆਰਿਓ ਹਉਮੈ ਛੱਡਾਂਗੇ ਤੇ ਪਛਾਣਾਂਗੇ। ਸਤਿਗੁਰੂ ਜੀ ਇੱਕ ਜਗ੍ਹਾ ਬਚਨ ਕਰਦੇ ਕਹਿੰਦੇ ਪ੍ਰਥਮੈ ਤਿਆਗੀ ਹਉਮੈ ਰੀਤ, ਦੁਤੀਆ ਤਿਆਗੀ ਲੋਗਾ ਰੀਤ। ਫਿਰ ਤੀਸਰਾ ਬਚਨ ਨੇ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਨੇ। ਪਛਾਨਣਾ ਗੁਰੂ ਨੂੰ ਸਭ ਤੋਂ ਪਹਿਲਾ ਕਰਮ ਹਉਮੈ ਛੱਡ। ਮੈਨੂੰ ਕੁਝ ਨਹੀਂ ਪਤਾ, ਭਾਵੇਂ ਬਹੁਤ ਕੁਝ ਪਤਾ ਹੋਏਗਾ ਪਰ ਅੰਦਰ ਕਹੇਗਾ ਮੈਨੂੰ ਕੁਛ ਨਹੀਂ ਪਤਾ। ਬਹੁਤ ਭਜਨ ਬੰਦਗੀ ਕਰਦੇ ਹੋਵਾਂਗੇ ਪਰ ਅੰਦਰ ਅਹਿਸਾਸ ਰਹੇਗਾ ਮੈਂ ਅਜੇ ਕੁਝ ਨਹੀਂ ਕਰਿਆ। ਮੇਰੇ ਮਹਾਰਾਜ ਜੋ ਕੋਈ ਤੁਸੀਂ ਚਾਹੁੰਦੇ ਹੋ ਨਾ ਉਹ ਤਾਂ ਮੇਰੇ ਕੋਲ ਹੁੰਦਾ ਹੀ ਨਹੀਂ, ਮੈਂ ਕੀ ਕਰਾਂ। ਪਿਆਰਿਓ ਕਿਵੇਂ ਕਲਾ ਵਰਤੇਗੀ। ਸਤਿਗੁਰੂ ਕਹਿੰਦੇ ਦੂਜੀ ਗੱਲ, ਜੋ ਦੁਨੀਆ ਦੀ ਰੀਤ ਛੱਡ ਦੇ। ਦੁਨੀਆ ਕਹਿੰਦੀ ਮੈਨੂੰ ਪਤਾ ਏ ਮੈਂ ਕਰਾਂਗਾ, ਪਰ ਇਹ ਦੁਨੀਆ ਦੀ ਬੋਲੀ ਆ। ਤੇਰੀ ਬੋਲੀ ਕੀ ਏ? ਜੋ ਸਤਿਗੁਰੂ ਕਹਿਣ ਉਹਦੇ ਸਾਹਮਣੇ ਸਿਰ ਝੁਕਾਣਾ ਹੈ। ਤੂੰ ਇਹ ਨਹੀਂ ਆਖਿਆ ਵਿਚਾਰ ਕਰਾਂਗਾ, ਇਹ ਨਹੀਂ ਭਈ ਅੰਦਰ ਦੁਬਤਾ ਚੱਲਦੀ ਹੋਵੇ, ਬਿਲਕੁਲ ਨਹੀਂ। ਸਾਹਿਬ ਕਹਿੰਦੇ ਤਿੰਨਾਂ ਗੁਣਾਂ ਨੂੰ ਜਦੋਂ ਤਿਆਗੇਂਗਾ ਤੇ ਵੈਰੀ ਤੇ ਮਿੱਤਰ ਤੇਰੇ ਚੋਂ ਇਹ ਜਿਹੜੀ ਵੇਖਣ ਵਾਲੀ ਅੱਖ ਏ ਇਹ ਮੁੱਕ ਜਾਏਗੀ। ਤੁਰਿਆ ਗੁਣ ਚੌਥੀ ਅਵਸਥਾ 'ਤੇ ਜਾ ਕੇ ਤੂੰ ਸਾਧ ਨੂੰ ਪਛਾਣਨਾ, ਗੁਰੂ ਨੂੰ ਪਛਾਣਨਾ, ਉਹਦੇ ਤੋਂ ਪਹਿਲਾਂ ਨਹੀਂ। ਅਤੇ ਅਸੀਂ ਵੈਸੇ ਹੀ ਕਹਿ ਦਿੰਦੇ ਹਾਂ ਕਿ ਅਸੀਂ ਸਤਿਗੁਰੂ ਨੂੰ ਪਛਾਣ ਲਿਆ। ਇੱਕ ਤੇ ਹੁੰਦਾ ਏ ਸਤਿਗੁਰੂ ਜੀ ਆਪਣਾ ਆਪ ਕਿਸੇ ਨੂੰ ਦਿਖਾ ਦੇਣ। ਸਾਧੂ ਵੀ ਐਸਾ ਹੀ ਕਰਦੇ ਨੇ। ਜੇ ਉਹ ਆਪਣਾ ਆਪ ਨਾ ਦਿਖਾਣ, ਕੋਲ ਬ੍ਰਹਮ ਗਿਆਨੀ ਖਲੋਤਾ ਹੋਏਗਾ
ਪਰ ਸਾਡੀ ਨਿਗਾਹ ਵਿੱਚ ਉਹ ਆਮ ਬੰਦਾ ਸਾਨੂੰ ਉਹਦੇ ਕੋਈ ਨੁਕਸ ਦਿਸਣਗੇ ਜਾਂ ਆਮ ਬੰਦਾ ਨਜ਼ਰ ਆਏਗਾ। ਫਿਰ ਕੀ ਕੀਤਾ ਜਾਵੇ? ਹਾਂ, ਉਹਨੂੰ ਤਰਸ ਆਵੇ, ਉਹ ਆਪਣਾ ਆਪ ਦਿਖਾ ਦੇਵੇ। ਤੀਜਾ ਹੁੰਦਾ ਲਗਾਤਾਰ ਸੰਗਤ ਕਰੀਏ ਅਤੇ ਅੰਦਰ ਇਹ ਭਾਵਨਾ ਬਣਾ ਕੇ ਵੀ ਅਸੀਂ ਸਿੱਖ ਹਾਂ, ਕੁਝ ਸਿੱਖਣ ਲਈ ਆਏ ਹਾਂ। ਦਾਵਾ ਨਾ ਕਿਸੇ ਗੱਲ ਦਾ ਹੋਵੇ, ਦਾਵੇ ਨਾਲ ਤੇ ਅੰਦਰ ਅੱਗ ਬਲਦੀ ਹੈ, ਗੁਣ ਸੜਦੇ ਨੇ। ਕਬੀਰ ਦਾਵੈ ਦਾਜਨ ਖੋਤ ਖੈ, ਅੰਦਰ ਸੜ ਜਾਏਗਾ। ਸਾੜੀ ਗਿਆ ਤੇ ਉੱਥੇ ਰੱਬ ਨੇ ਕੀ ਆਉਣਾ ਹੈ? ਜਿੱਥੇ ਰੱਬ ਹੁੰਦਾ ਉੱਥੇ ਤਾਂ ਸੱਤ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਉਹਦੇ 'ਤੇ ਹਰਿਆਵਲ, ਸ਼ਾਂਤੀ, ਸਹਿਜ, ਆਨੰਦ, ਇਹ ਸਾਰਾ ਕੁਝ ਖੋਏਗਾ। ਪਰ ਜਿੱਥੇ ਅੰਦਰ ਪਈ ਇਹ ਪਈ ਅੰਦਰ ਦਾਵਾ ਵੀ ਮੈਨੂੰ ਪਤਾ ਹੈ, ਫਿਰ ਤੇ ਨਹੀਂ ਨਾ ਕਹਾਣੀ ਬਣਦੀ। ਤੋ ਗਰੀਬ ਨਵਾਜ ਪਿਤਾ ਮਹਾਰਾਜ ਜੀ ਨੇ ਨਾ ਬਚਨ ਕੀਤੇ, ਕਹਿੰਦੇ ਚੌਥੀ ਅਵਸਥਾ ਤੱਕ ਉੱਦਾਂ ਤੇ ਨਹੀਂ ਜਾਵਾਂਗੇ। ਉਹ ਇਹ ਵੀ ਸੰਗਤ ਕਰੀ ਜਾਈਏ, ਨਾਮ ਜਪੀਏ, ਨੀਵੇਂ ਖੋਈਏ, ਹਉਮੈ ਨੂੰ ਮਰੇ। ਜਰਾ ਵੇਖੋ ਨਾ, ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਆਂ ਵਾਲੇ ਤੱਕ ਤੇ ਜਾਂ ਜਿੰਨੇ ਵੀ ਮਹਾਨ ਪੁਰਖ ਪੂਰਨ ਖੋਏ ਨੇ ਉਹਨਾਂ ਦੇ ਕਦੇ ਜੀਵਨ ਪੜ੍ਹੋ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪ ਪਰਮੇਸ਼ਰ ਨੇ ਕਿਸੇ ਨੂੰ ਸ਼ੱਕ ਤੇ ਨਹੀਂ, ਕਲਗੀਆਂ ਵਾਲੇ ਤੇ ਕਿਸੇ ਨੂੰ ਭਰਮ ਤੇ ਨਹੀਂ, ਧੰਨ ਗੁਰੂ ਅਰਜਨ ਸਾਹਿਬ ਤੇ ਕਿਸੇ ਨੂੰ ਭਰਮ ਤੇ ਨਹੀਂ। ਪਰ ਵੇਖਣਾ ਪਛਾਣਨੀ ਹੋਰ ਗੱਲ ਹੁੰਦੀ ਏ, ਇਹ ਕਹਿਣਾ ਮੈਂ ਮੰਨਦਾ ਇਹ ਬਿਲਕੁਲ ਹੋਰ ਗੱਲ ਏ। ਮੰਨਣ ਵਾਲੇ ਤਾਂ ਅੱਜ ਵੀ ਦੁਨੀਆ ਦੇ ਅੰਦਰ ਹਰ ਮੁਲਕ 'ਚ, ਹਰ ਸ਼ਹਿਰ 'ਚ ਸਤਿਗੁਰੂ ਜੀ ਆਪਣੇ ਦਰਸ਼ਨ ਦੇ ਰਹੇ ਨੇ। ਪਰ ਪਿਆਰੋ, ਉਹਨਾਂ ਦੇ ਸਾਹਮਣੇ ਹੀ ਲੜਾਈਆਂ ਕਰਨੀਆਂ, ਇੱਕ ਦੂਸਰੇ ਦੀ ਨਿੰਦਾ ਕਰਨੀ, ਦੂਸਰੇ ਨੂੰ ਨੀਵਾਂ ਵਿਖਾਣਾ, ਆਪਣੀ ਚੌਧਰ ਬਣਾਣੀ। ਜਿਹੜੇ ਸਤਿਗੁਰੂ ਕਹਿੰਦੇ ਖੋਮੇ ਛੱਡ ਖੋਮੇ ਜੇਕਰ ਬਣੀ, ਉਹਦੇ ਦੁਆਰ 'ਤੇ ਜਾ ਕੇ ਤੁਹਾਨੂੰ ਕਹਾਂਗੇ ਵੀ ਗੁਰੂ ਸਾਹਿਬ ਨੂੰ ਪਛਾਣਿਆ ਜਾਂਦਾ ਹੈ? ਕਦੇ ਵੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕੋਈ ਪਛਾਣ ਲੈਂਦਾ ਏ ਉਹ ਕੀ ਫਰਕ ਏ? ਆਪਾਂ ਜਾਣਦੇ ਹਾਂ ਨਾ, ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਕਰਕੇ ਕੀ ਬਚਨ ਕਿਹਾ ਨਾ, ਜਾਓ ਭਾਈ ਲਹਿਣਾ ਜੀਓ, ਜਦੋਂ ਕਿ ਦਸੰਬਰ ਦਾ ਮਹੀਨਾ ਹੈ, ਰਾਤ ਏ, ਧੁੰਦ ਪਈ ਹੋਈ ਏ, ਠੰਡ ਅੰਤਾਂ ਦੀ ਏ, ਨਿੱਕੀ ਨਿੱਕੀ ਹਵਾ ਚੱਲਦੀ ਜਿਹੜੀ ਕਿ ਹੱਡਾਂ ਨੂੰ ਵੀ ਕੜਕਾ ਰਹੀ ਹੈ, ਠਾਰੀ ਜਾ ਰਹੀ ਏ, ਲੋਕ ਕੰਢੇ ਖੜੇ ਖੋਏ ਪਏ ਨੇ। ਸਤਿਗੁਰੂ ਜੀ ਕਹਿੰਦੇ ਪੁਰਖਾ ਭਾਈ ਲੈਣਿਆ, ਆ ਸਾਡੇ ਬਸਤਰ ਲੈ ਜਾ ਮੈਲੇ ਨੇ, ਜਾ ਇਸ ਰਾਵੀ ਤੋਂ ਧੋ ਕੇ ਨਾ ਤੇ ਸੁੱਕਣੇ ਪਾ ਦੇ ਬਾਹਰ, ਕਿੰਨੀ ਸੋਹਣੀ ਧੁੱਪ ਲੱਗੀ ਹੋਈ ਏ। ਇਹ ਹੁਣ ਬਚਨ ਜਦੋਂ ਸੁਣਿਆ ਤੇ ਸਾਡੇ ਵਰਗੇ ਨੇ ਤੇ ਕਹਿਣਾ ਮਹਾਰਾਜ ਤੁਹਾਨੂੰ ਭੁਲੇਖਾ ਲੱਗਦਾ ਜੇ, ਰਾਤ ਜੇ ਧੁੱਪ ਨਹੀਂ ਤੇ ਧੁੰਦੇ। ਮਹਾਰਾਜ ਅੱਧੀ ਰਾਤੀ ਕੱਪੜੇ ਕਾਹਦੇ ਲਈ ਧੋਣੇ? ਦਿਨ ਚੜ੍ਹੇਗਾ ਤੇ ਕੱਪੜੇ ਧੁੱਪ ਜਾਣਗੇ। ਇਹ ਸਾਡੀਆਂ ਸਿਆਣਪਾਂ ਬੋਲਦੀਆਂ ਨੇ ਜਦੋਂ ਸਤਿਗੁਰੂ ਕੁਛ ਕਹਿੰਦੇ ਨੇ। ਅੱਜ ਵੀ ਸਤਿਗੁਰੂ ਜਦੋਂ ਕਹਿੰਦੇ ਨੇ ਵੀ ਤੂੰ ਨੀਵਾਂ ਖੋ, ਤੇ ਕਹਿੰਦੇ ਨੀਵਾਂ ਖੋਵਾਂਗਾ। ਮਹਾਰਾਜ ਤੁਹਾਡੇ ਸਾਹਮਣੇ, ਮੈਂ ਨਾ ਬੰਦਿਆਂ ਸਾਹਮਣੇ ਨੀਵਾਂ ਖੋਵਾਂ? ਅਸੀਂ ਸਲਾਹ ਦਿੰਦੇ ਹਾਂ, ਸਲਾਹ, ਹੁਕਮ ਨਹੀਂ ਮੰਨਦੇ। ਸਤਿਗੁਰੂ ਕਹਿੰਦੇ ਗੁਰੂ ਸਾਹਿਬ ਦੀ ਪਛਾਣ ਨਹੀਂ, ਰੱਬ ਦੀ ਪਛਾਣ ਕਿਵੇਂ ਹੋਏਗੀ? ਜਿਸ ਦਿਨ ਤਿੰਨਾਂ 'ਚੋਂ ਇੱਕ ਨੂੰ ਪਛਾਣ ਲਿਆ, ਤਿੰਨਾਂ ਦੀ ਆਪਣੇ ਆਪ ਪਛਾਣ ਖੋ ਜਾਏਗੀ। ਸਤਿਗੁਰੂ ਜੀ ਕਹਿੰਦੇ ਭਾਈ ਲੈਣਿਆ, ਤੂੰ ਆ ਕੱਪੜੇ ਧੋ ਕੇ ਲਿਆ ਤੇ ਧੁੱਪੇ ਸੁੱਕਣੇ ਪਾ ਦੇ। ਬਾਕੀ ਹੈਰਾਨ ਨੇ ਵੀ ਮਹਾਰਾਜ ਕੀ ਕਹੀ ਜਾ ਰਹੇ ਨੇ, ਮਹਾਰਾਜ ਘਰੇ ਕੀ ਹੋ ਗਿਆ ਏ? ਪਰ ਭਾਈ ਲਹਿਣਾ ਜਦੋਂ ਤੁਰ ਪਿਆ ਨਾ, ਦੂਜੇ ਮੂੰਹ ਪਾਸੇ ਕਰਕੇ ਹੱਸਦੇ ਨੇ। ਭਾਈ ਲਹਿਣਾ ਵੀ ਲੱਗਦਾ ਆਈ ਇਹਨਾਂ ਨੂੰ ਕੁਝ ਪਤਾ ਹੀ ਨਹੀਂ, ਇੰਨੇ ਅਣਜਾਣ ਨੇ ਵੀ ਚਲੋ ਜੇ ਮਹਾਰਾਜ ਨੂੰ ਨਹੀਂ ਪਤਾ ਲੱਗਦਾ ਤੇ ਤੈਨੂੰ ਤਾਂ ਦਿਸਦਾ ਹੀ ਹੈ ਨਾ ਵੀ ਬਾਹਰ ਧੁੱਪ ਨਹੀਂ ਹੈ, ਧੁੰਦ ਏ, ਰਾਤ ਏ। ਉਹਨਾਂ ਦੀ ਨਿਗਾਹ ਦੇ ਅੰਦਰ ਪ੍ਰਵਾਨ ਨਹੀਂ। ਦੁਨੀਆ ਜਿਹੜੀ ਇਹ ਦੁਤੀਆ ਤਿਆਗੀ ਲੋਕਾ ਰੀਤ, ਉਹਨਾਂ ਦੀ ਸਿਆਣਪ ਕਹਿੰਦੇ ਭਾਈ ਲਹਿਣੇ ਨੂੰ ਕੁਝ ਨਹੀਂ ਪਤਾ ਹੋਇਆ ਕਿ ਜਿਹਨੂੰ ਕੁਝ ਨਹੀਂ ਸੀ ਪਤਾ ਉਹੀ ਧੰਨ ਗੁਰੂ ਨਾਨਕ ਪਿਤਾ ਦਾ ਰੂਪ ਬਣਿਆ। ਦੂਜੇ ਤੇ ਨਹੀਂ ਨਾ ਬਣੇ। ਗੁਰੂ ਕਲਗੀਆਂ ਵਾਲੇ ਪਿਤਾ ਮਹਾਰਾਜ ਸਟੇਜ 'ਤੇ ਖਲੋ ਕੇ ਨੰਗੀ ਕਿਰਪਾਨ ਲੈ ਕੇ ਕਹਿੰਦੇ ਸਾਨੂੰ ਇੱਕ ਸਿਰ ਚਾਹੀਦਾ ਏ। ਹਉਮੈ ਕਹਿੰਦੀ ਮਹਾਰਾਜ ਤੁਹਾਨੂੰ ਕੀ ਹੋ ਗਿਆ ਏ? ਖਾਸ ਕਰਕੇ ਜਿਹੜੇ ਲੋਕ ਧਰਮ ਦੇ ਆਗੂ ਹੁੰਦੇ ਨੇ ਮੇਰੇ ਜੈ, ਉਹਨਾਂ ਕੋਲ ਤੇ ਸਿਆਣਪਾਂ ਐਨ ਇਕੱਠੀਆਂ ਬਹੁਤ ਹੁੰਦੀਆਂ ਨਾ, ਹਉਮੈ ਨਾਲ ਪੂਰੇ ਭਰੇ ਹੁੰਦੇ ਨੇ। ਮਸੰਦ ਮਾਤਾ ਜੀ ਕੋਲ ਗਏ, ਮਾਤਾ ਜੀ ਸਮਝਾਓ ਕੁਛ ਮਹਾਰਾਜ ਜੀ ਨੂੰ, ਇਹ ਕੀ ਪੈ ਕਰਦੇ ਜੇ? ਅੱਜ ਸਿੱਖਾਂ ਦੇ ਸਿਰ ਵੱਢਣ ਲੱਗ ਪਏ ਨੇ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸਾਂ
ਕਦੇ ਪਹਾੜੀਆਂ ਨਾਲ ਲੜਾਈਆਂ ਤੇ ਕਦੇ ਔਰੰਗਜ਼ੇਬ ਨਾਲ ਅਸੀਂ ਕਿਧਰੇ ਲੜ ਕੇ ਜਿੱਤ ਲਵਾਂਗੇ। ਮਾਤਾ ਜੀ ਹੁਣ ਵੇਖੋ ਆਪਣੇ ਸਿੱਖਾਂ ਨੂੰ ਮਾਰਨ ਲੱਗ ਪਏ ਨੇ, ਮਾਤਾ ਨੂੰ ਸਲਾਹ ਦੇ ਰਹੇ ਨੇ, ਮਾਤਾ ਜੀ ਤੋਂ ਆ ਕੇ ਸਿਫਾਰਿਸ਼ਾਂ ਪਵਾ ਰਹੇ ਨੇ। ਪਰ ਮਾਤਾ ਜਾਣਦੀ ਏ ਇਹ ਸਤਿਗੁਰੂ ਦੀ ਜੋਤ ਹੈ, ਇਹ ਕਿਰਪਾਨਾਂ ਨਹੀਂ ਨੰਗੀਆਂ ਕਰ ਰਹੇ। ਇੱਥੇ ਤੱਕ ਕੋਈ ਕਿਸੇ ਦੇ ਸਿਰ ਨਹੀਂ ਵੱਟੇ ਜਾਣੇ, ਕਿਸੇ ਨੂੰ ਮਾਰਨਾ ਨਹੀਂ। ਇਹਨਾਂ ਨੂੰ ਰੱਬ ਦੀ ਪਛਾਣ ਕਰਵਾ ਕੇ ਰੱਬ ਦਾ ਰੂਪ ਬਣਾਉਣਾ ਹੈ। ਜਿਹਨੇ ਪਛਾਣ ਕਰ ਲਈ ਅਗਲੇ ਪਲ ਹੀ ਉਹ ਅਕਾਲ ਪੁਰਖ ਦਾ ਰੂਪ ਹੈ। ਪਿਆਰਿਓ, ਸਾਰੇ ਖਰਾਨ ਨੇ ਇਤਨਾ ਵੱਡਾ ਇਕੱਠ ਹੈ, ਕਈ ਨੀਵੀਂ ਪਾ ਰਹੇ ਨੇ, ਕਈਆਂ ਦੇ ਅੰਦਰ ਚੱਲ ਰਹੇ ਨੇ, ਖੁਰੇ ਕੀ ਕੌਤਕ ਹੈ। ਕਈ ਸੋਚਾਂ ਵਿੱਚ ਨੇ, ਕਈ ਤਰਕ ਵਿੱਚ ਨੇ ਵੀ ਨਹੀਂ ਚਾਹੀਦਾ, ਕਈ ਕਹਿੰਦੇ ਸਮਝ ਨਹੀਂ ਆਂਦੀ ਮਹਾਰਾਜ ਭਈ ਕੀ ਕਹਿ ਰਹੇ ਨੇ, ਪਰ ਉੱਠਣ ਦੀ ਹਿੰਮਤ ਨਹੀਂ। ਇਹਦਾ ਮਤਲਬ ਪਛਾਣਿਆ ਨਹੀਂ ਨਾ ਜੋ ਸਤਿਗੁਰੂ ਜੀ ਦਾ ਬੋਲ ਖੋ ਰਿਹਾ ਹੈ। ਇਹਦੇ ਮਗਰ ਕੀ ਕਹਾਣੀ। ਸੋਚਾਂ ਵਾਲੇ ਜਾਂ ਤਾਂ ਹੈਰਾਨ ਖੋ ਰਹੇ ਨੇ, ਸੋਚਾਂ ਵਿੱਚ ਚਲੇ ਗਏ, ਤੇ ਜਾਂ ਨੀਵੀਂ ਪਾ ਕੇ ਬੈਠੇ ਨੇ। ਪਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਪੰਜਾਂ ਨੇ ਸੋਚਿਆ ਕੁਝ ਨਹੀਂ ਭਈ ਜੋ ਸਤਿਗੁਰੂ ਨੇ ਸਿਰ ਮੰਗਿਆ ਤੇ ਉੱਠ ਕੇ ਸਾਹਮਣੇ ਹਾਜ਼ਰ ਹੋ ਗਏ। ਸਿਰਾਂ ਤੇ ਪਿਆਰਿਓ ਕਿਰਪਾਨਾਂ ਵੀ ਚਲਦੀਆਂ ਨੇ, ਪਰ ਅੰਦਰੋਂ ਉਹ ਖੜਗ ਜ਼ੋਰ ਪਰਾਕੈ ਜੀਦ ਹੈ। ਸੱਤਾ ਬਲਵੰਡਤਾ ਬੱਚੇ ਨੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਅੰਦਰ ਜੋਤ ਜਗਾਣੀ ਸੀ ਤੇ ਉੱਥੇ ਬੱਚੇ ਨੇ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਖੋਵੈ ਚੋ ਖੀਮਦੈ, ਦੇ ਗੁਨਾ ਸਤ ਭੈਣ ਪ੍ਰਾਵਖੈ, ਪਾਰੰਗਤ ਦਾਨ ਪੜੀਮਦੈ, ਨਾਨਕ ਰਾਜ ਚਲਾਇਆ ਸਚ ਕੋਟ ਸੁਤਾਣੀ, ਨੀਮਦੇ ਲੈਣੇ ਧਰੇ ਉਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਮਦੇ, ਮਤ ਗੁਰ ਆਤਮ ਦੇਵ ਦੇ, ਖੜਗ ਜੋਰ ਪ੍ਰਾਕੈ ਜੀ ਦੇ। ਪ੍ਰਾਕੈ ਪ੍ਰਾਕਰਮ, ਖੜਗ ਦਾ ਅਰਥ ਕਿਰਪਾਨ। ਕਹਿੰਦੇ ਸਤਿਗੁਰੂ ਨੇ ਕਿਰਪਾਨ ਨਾਲ ਉਹ ਰੱਬੀ ਗਿਆਨ ਪਾਈ ਲੈਣੇ ਵਿੱਚ ਪਾਇਆ। ਉਹ ਗਿਆਨ ਦੀ ਕਿਰਪਾ ਨੇ ਉਹ ਅੱਜ ਬਾਹਰਲੀ ਪਿਆਰਿਓ ਫੌਲਾਦ ਦੀ ਕਿਰਪਾਨ ਬਣ ਕੇ ਖਲੋਤੀ ਏ। ਪਰ ਜਿਹੜਾ ਪੰਜਾਂ ਨੇ ਸੀਸ ਦੇ ਦਿੱਤਾ ਉਹਨਾਂ ਨੂੰ ਪਛਾਣੇ। ਸਤਿਗੁਰੂ ਜੀ ਨੇ ਕਿਹਾ ਸੀ ਹੁਣ ਪੰਜ ਪਿਆਰੇ ਸਾਡਾ ਰੂਪ ਨੇ। ਆਪ ਉਹਨਾਂ ਦੇ ਚਰਨਾਂ ਵਿੱਚ ਬਹਿ ਗਏ, ਸਾਨੂੰ ਅੰਮ੍ਰਿਤ ਦੀ ਦਾਤ ਦਿਓ। ਅਸੀਂ ਇਹ ਤਾਂ ਇਹਦੇ ਤੋਂ ਸੇਧ ਲੈ ਲਈ ਵੀ ਅੰਮ੍ਰਿਤ ਸਾਰਿਆਂ ਨੂੰ ਛਕਣਾ ਚਾਹੀਦਾ, ਇਹ ਪੱਖ ਨਾ ਲਿਆ। ਸਤਿਗੁਰੂ ਨੂੰ ਪਛਾਣਨਾ ਚਾਹੀਦਾ। ਜਦੋਂ ਕੋਈ ਸਤਿਗੁਰੂ ਨੂੰ ਪਛਾਣ ਲਵੇਗਾ ਨਾ, ਉਦੋਂ ਇਹ ਨਹੀਂ ਕਵੇਗਾ ਮੇਰਾ ਜੀ ਨਹੀਂ ਅਜੇ ਕਰਦਾ ਅੰਮ੍ਰਿਤ ਛਕਣ ਨੂੰ, ਮੈਨੂੰ ਔਖਾ ਜਿਹਾ ਲੱਗਦਾ ਅੰਮ੍ਰਿਤ ਵੇਲੇ ਉੱਠਣਾ, ਮੈਨੂੰ ਪਤਾ ਏ ਅਜੇ ਮੈਂ ਕੁਝ ਕੰਮ ਕਰਨਾ। ਉਹਨਾਂ ਨੂੰ ਤੇ ਸਤਿਗੁਰੂ ਕਹਿਣਗੇ ਸਿਰ ਦੇ, ਤੇ ਉਹ ਇੱਕ ਸਕਿੰਟ ਵੀ ਸੋਚਣਗੇ ਨਹੀਂ, ਸਿਰ ਦੇ ਦੇਣਗੇ। ਸੋਚਣਗੇ ਨਹੀਂ, ਰਾਤ ਤੇ ਧੁੱਪ ਨਹੀਂ, ਕੱਪੜੇ ਧੋ ਲਿਆਉਣਗੇ। ਉਹਨਾਂ ਨੂੰ ਇਹ ਨਹੀਂ। ਗੁਰੂ ਅਮਰਦਾਸ ਪਿਤਾ ਜੀ ਥੜੇ ਬਣਾਉਂਦੇ ਨੇ, ਤੇ ਪਿਆਰਿਓ ਜਦੋਂ ਜਿੰਨਾ ਚਿਰ ਸੋਚ ਨਹੀਂ ਸੀ ਦੋਨੋਂ ਤਾਮਾਤ ਛੜੇ ਬਣਾਉਂਦੇ, ਜਿਸ ਦੇ ਅੰਦਰ ਆ ਗਿਆ ਮੈਨੂੰ ਕੁਝ ਪਤਾ ਏ, ਉਹ ਕਹਿਣ ਲੱਗੇ ਮਹਾਰਾਜ ਛੜਾ ਸੋਹਣਾ ਤੇ ਬਣ ਹੀ ਰਿਹਾ ਏ, ਪਰ ਜਿਹਦੇ 'ਚ ਖੌਮੇ ਨਹੀਂ ਨਾ ਹੋਏਗੀ ਉਹਦੇ ਅੰਦਰ ਇਹ ਖਿਆਲ ਹੀ ਨਹੀਂ ਆਉਣਾ ਭਈ ਛੜਾ ਸੋਹਣਾ ਬਣਦਾ ਕਿ ਨਹੀਂ। ਉਹਨੂੰ ਇਹ ਭਈ ਸਤਿਗੁਰੂ ਜੀ ਨੇ ਕੁਝ ਸਿੱਖਿਆ ਦੇਣੀ, ਕੁਝ ਕਿਹਾ ਏ ਤੇ ਮੈਂ ਉਹ ਕਰਨਾ ਹੈ, ਬਸ ਉਹਨੂੰ ਪਛਾਣ ਆਏਗੀ। ਪਰ ਖੌਮੇ ਜਿਹੜੀ ਏ ਉਹ ਸਾਨੂੰ ਝੁਕਣ ਨਹੀਂ ਦਿੰਦੀ। ਹਉਮੈ ਦੇ ਹਮੇਸ਼ਾ ਸਾਨੂੰ ਕਹਿੰਦੇ ਸਾਨੂੰ ਪਤਾ ਏ, ਪਰ ਇਹ ਰਸਤਾ ਗੁਰੂ ਕੇ ਪਿਆਰਿਓ ਬਿਲਕੁਲ ਅਲੱਗ ਏ। ਨਾਵੇਂ ਸਤਿਗੁਰੂ ਕਹਿੰਦੇ ਜੇ ਪ੍ਰਾਣੀ ਖੌਮੈ ਤਜੀ। ਜਿਹੜਾ ਖੌਮੇ ਛੱਡਦਾ ਉਹ ਸਿੱਖ ਏ, ਜਿਹੜਾ ਸਿੱਖਣਾ ਚਾਹੁੰਦਾ। ਦੇਖੋ ਨਾ ਕਿੰਨੀਆਂ ਕਿੰਨੀਆਂ ਕਮਾਈਆਂ ਕਰਨ ਤੋਂ ਬਾਅਦ ਵੀ ਕਿੱਥੇ ਕਹਾਣੀ ਸੱਤਾ ਬਲਵੰਡ ਜੀ ਕਿੱਥੇ ਬੈਠੇ ਨੇ, ਪਰ ਉਹਨਾਂ ਨੂੰ ਵੀ ਪਰਚਾ ਪਾਇਆ, ਟੈਸਟ ਕੀਤਾ ਏ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿਖਾ ਦਿੱਤਾ ਕਿਵੇਂ ਹਉਮੈ ਅੰਦਰ ਲੁਕੀ ਸੀ ਉਹ ਪ੍ਰਗਟ ਹੋ ਗਈ। ਬਾਬਾ ਅਤਰ ਸਿੰਘ ਮਹਾਰਾਜ ਜੀ ਦਾ ਜੀਵਨ ਸੰਤ ਬਾਬਾ ਤੇਜਾ ਸਿੰਘ ਸਾਹਿਬ ਜੀ ਨੇ ਜਦੋਂ ਲਿਖਿਆ ਤਾਂ ਉਹਦੀ ਭੂਮਿਕਾ ਵਿੱਚ ਹੀ ਨਾ ਇੱਕ ਬੜਾ ਪਿਆਰਾ ਬੱਚਾ ਨੇ ਕਹਿੰਦੇ ਕਈ ਵਾਰ ਸਾਨੂੰ ਲੱਗਦਾ ਸਾਡੀ ਹਉਮੈ ਮਰ ਗਈ, ਮਨ ਹੁਣ ਬਿਲਕੁਲ ਨਹੀਂ ਤੰਗ ਕਰਦਾ, ਆਰਾਮ ਨਾਲ ਅਸੀਂ ਘੰਟਿਆਂ ਬੱਧੀ ਸਿਮਰਨ ਕਰਦੇ ਹਾਂ, ਕਿਸੇ ਨੂੰ ਬੁਰਾ ਵੀ ਨਹੀਂ ਕਹੀਦਾ, ਸੰਗਤ 'ਚ ਵੀ ਆਪਣਾ ਨੀਵੇਂ ਪਾ ਕੇ ਚਲੇ ਜਾਈਦਾ ਹੈ। ਤੇ ਕਹਿੰਦੇ ਮਤ ਸਮਝਣਾ ਵੀ ਹਉਮੈ ਮਰ ਗਈ ਏ, ਮਨ ਹੁਣ ਕੁਝ ਨਹੀਂ ਬੋਲੇਗਾ।
ਕਹਿੰਦੇ ਮਨ ਤਾਂ ਉਸ ਜਿਹੜਾ ਡੱਡੂ ਦੀ ਤਰ੍ਹਾਂ ਜੇ, ਡੱਡੂ ਜਿਹੜਾ ਜਦੋਂ ਛੱਪੜਾਂ 'ਚ ਪਾਣੀ ਮੁੱਕ ਜਾਏ ਨਾ ਤੇ ਉਹ ਲੁੱਕ ਜਾਂਦੇ ਨੇ। ਇਹ ਨਾ ਸਮਝਣਾ ਡੱਡੂ ਮਰ ਗਏ ਨੇ। 2 ਕੁ ਕਣੀਆਂ ਮੀਂਹ ਦੀਆਂ ਪਈਆਂ ਸੀ, ਜਰਾ ਵੇਖੋ, ਜਾਂ ਕਿਧਰੇ ਟਿਊਬਵੈੱਲ ਦੇ ਰਾਹੀਂ ਪਾਣੀ ਛੱਡ ਕੇ ਵੇਖੋ ਟੋਬਿਆਂ 'ਚ, ਇੱਕਦਮ ਖੁਰੇ ਕਿੱਥੋਂ ਨਿਕਲ ਆਉਣਗੇ, ਡੈਂ ਡੈਂ ਕਰਨਗੇ। ਇਸ ਨੂੰ ਮੌਕਾ ਨਹੀਂ ਮਿਲਿਆ ਵੇਖਣ ਦਾ। ਜਦੋਂ ਇਹਦੀ ਖੋਮੇ 'ਤੇ ਸੱਟ ਵੱਜੇਗੀ ਨਾ, ਉਦੋਂ ਪਤਾ ਲੱਗਣਾ ਵੀ ਖੋਮੇ ਨਹੀਂ ਹੈ ਕਿ ਅਜੇ ਪੂਰੀ ਭਰੀ ਪਈ। ਅਜੇ ਤੇ ਆਪੇ ਹੀ ਕਹਿੰਦੇ ਆ ਨਾ ਵੀ ਆਪਾਂ ਬਿਲਕੁਲ ਠੀਕ ਹਾਂ। ਜਦੋਂ ਉਹ ਸੱਟ ਮਾਰਦਾ ਹੈ, ਅਸੀਂ ਮੈਂ ਵੇਖਿਆ ਵੀ ਇੱਕਦਮ ਗੁਰਦੁਆਰਾ ਹੀ ਛੱਡ ਜਾਂਦੇ ਹਾਂ। ਯਾਰ ਮੈਂ ਤੇ ਕਿਸੇ ਨੂੰ ਕੁਝ ਨਹੀਂ ਕਹਿੰਦਾ, ਫਿਰ ਵੀ ਲੋਕੀ ਮੈਨੂੰ ਮਾੜਾ ਕਹਿੰਦੇ। ਲੋਕੀ ਨਹੀਂ ਕਹਿੰਦੇ, ਸਤਿਗੁਰੂ ਨੇ ਵੇਖਿਆ ਸੀ ਵੀ ਖੋਮੇ ਬਚੀਏ ਕਿ ਖੋਮੇ ਮੁੱਕ ਗਈਏ। ਲੋਕ ਨਹੀਂ ਕਹਿੰਦੇ। ਪਿਆਰਿਓ, ਰੱਬ ਆਪ ਹੀ ਸਾਡੀ ਖੋਮੇ ਨੂੰ ਮਾਰਨ ਲਈ ਕਿਸੇ ਦੀ ਜ਼ੁਬਾਨ ਤੋਂ ਸ਼ਬਦ ਅਖਵਾਉਂਦੇ ਰਹਿੰਦੇ। ਇਹ ਤੇ ਸਤਿਗੁਰੂ ਜੀ ਦੇ, ਉਹਨਾਂ ਨੂੰ ਫਿਕਰ ਹੈ ਖੋਮੇ ਮਾਰ ਕੇ ਪਹੁੰਚਾਉਣਾ। ਉਹ ਹੀ ਕਦੇ ਮਾਣ ਦਿੰਦੇ, ਕਦੇ ਅਪਮਾਨ ਕਰਵਾ ਦਿੰਦੇ। ਅਸੀਂ ਦੁਨੀਆ ਵਾਲੀ ਬੋਲੀ ਬੋਲਦੇ ਹਾਂ। ਦੇਖੋ ਜੀ, ਮਹਾਰਾਜ ਤੇ ਕਹਿੰਦੇ ਸੀ ਵੀ ਅਸੀਂ ਪਿਆਰ ਕਰੇ ਜਿਹੜਾ ਰੱਬ ਨੂੰ, ਉਹਨੂੰ ਸਤਿਕਾਰ ਮਿਲਦਾ। ਮੇਰਾ ਤੇ ਬੁਰਾ ਲੋਕਾਂ ਨੇ ਕਰ ਦਿੱਤਾ। ਮੇਰਾ ਤੇ ਗੁਰਦੁਆਰੇ ਜਾਣਾ ਵੀ ਹਰਾਮ ਹੋ ਗਿਆ। ਮੇਰਾ ਤੇ ਪਾਠ ਵਿੱਚ ਵੀ ਮਨ ਨਹੀਂ ਜੇ ਹੋਣ ਲੱਗਦਾ। ਇੰਨਾ ਕੁਝ ਮੈਨੂੰ ਸੁਣਨਾ ਪੈਂਦਾ। ਇਹਦੇ ਨਾਲੋਂ ਚੰਗਾ ਹੈ ਉਹ ਲੋਕ ਜਿਹੜੇ ਸਰਾਹ 'ਤੇ ਨਹੀਂ ਤੁਰੇ। ਜਦੋਂ ਇਹ ਖਿਆਲ ਆਉਣ, ਇਹ ਦੁਨੀਆ ਦੀ ਬੋਲੀ ਸਿੱਖ ਦੀ ਨਹੀਂ। ਸਿੱਖ ਦੀ ਬੋਲੀ ਕੀ ਹੈ? ਜਿਹੜਾ ਕਵੇ ਅਬ ਖਮ ਚਲੀ ਠਾਕੁਰ ਪੈ ਖਾਰ, ਜਬ ਖਮ ਸ਼ਰਨ ਪ੍ਰਭੂ ਕੀ ਆਈ, ਰਾਗ ਪ੍ਰਭੂ ਭਾਵੇਂ ਮਾਰ। ਉਹਨਾਂ ਨੂੰ ਪਤਾ ਹੈ ਵੀ ਇਹ ਪਰਮੇਸ਼ਰ ਦੇ ਲੜ ਲੱਗੇ ਆ, ਉਹਦੇ ਹੁਕਮ ਵਿੱਚ ਹੀ ਖੋ ਰਿਹਾ। ਉਹ ਕਹਿਣਗੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਕਹਿ ਢਾਰ। ਉਹਨਾਂ ਨੂੰ ਕੀ ਭਈ ਲੋਕ ਕੀ ਕਹਿ ਰਹੇ, ਮਾੜਾ ਕਿ ਚੰਗਾ, ਉਹ ਪਿੱਛੇ ਨਹੀਂ ਕਦਮ ਰੱਖਣਗੇ, ਅਗਾਂਹ ਕਦਮ ਰੱਖਣਗੇ। ਕਦੇ ਇਤਿਹਾਸ ਪੜ੍ਹ ਕੇ ਵੇਖੋ, ਜਿਨ੍ਹਾਂ ਨੂੰ ਲੋਕੀ ਪੂਰਨ ਸਾਧੂ ਕਹਿੰਦੇ ਨੇ, ਉਹ ਚੋਲੇ ਪਾ ਕੇ ਨਹੀਂ ਬਣ ਜਾਂਦੇ। ਉਹ ਕੋਈ ਸਵੇਰੇ ਸ਼ਾਮ ਦੇ ਨਿਤਨੇਮ ਕਰਕੇ ਨਹੀਂ, ਉਹ ਕੇਵਲ ਆਪਣੀ ਮਰਜ਼ੀ ਨਾਲ ਜਿਉਂ ਕੇ ਪਾਠ ਤੇ ਸੇਵਾ ਕਰਕੇ ਨਹੀਂ, ਉਹ ਕਿਸੇ ਦੇ ਹੁਕਮ ਦੇ ਅੰਦਰ ਦਿਨੇ ਤੇ ਰਾਤ ਤੁਰਦੇ ਹਨ। ਪਿਆਰਿਓ, ਸਰੀਰਾਂ ਦੀ ਕੋਈ ਹਾਲਤ ਨਹੀਂ ਰਹਿ ਜਾਂਦੀ। ਖੁਰੇ ਕਿੰਨੇ ਕੁ ਜਨਮ ਉਹਨਾਂ ਨੂੰ ਉਹ ਪਿਆਰਾ ਤੋਰਦਾ ਅਤੇ ਉਹ ਚੁੱਪ ਕਰਕੇ ਤੁਰੇ ਜਾਂਦੇ ਹਨ। ਸਾਧ ਸੰਗਤ, ਹਉਮੈ ਨੂੰ ਸਤਿਗੁਰੂ ਹੀ ਸੰਗਤ ਵਿੱਚ ਲਿਆ ਕੇ ਹੁਕਮ ਕਰ ਕਰਕੇ, ਚੋਟਾਂ ਮਾਰ ਮਾਰ ਕੇ ਹਉਮੈ ਨੂੰ ਉਹ ਮਾਰ ਸਕਦੇ ਨੇ। ਆਪਾਂ ਖੁਦ ਨਹੀਂ ਮਾਰ ਸਕਦੇ। ਕਿਸੇ ਦੀ ਕੋਈ ਹਿੰਮਤ ਨਹੀਂ ਉਹ ਆਪਣੀ ਹਉਮੈ ਨੂੰ ਆਪ ਮਾਰ ਲਵੇ। ਹਾਂ, ਪੁਰਾਣੀਆਂ ਕਮਾਈਆਂ ਹੋਣ ਤੇ ਪਿਆਰਿਓ ਸਾਡੇ ਅੰਦਰ ਹਉਮੈ ਨਾ ਖੋਵੇ। ਬੱਚਾ ਏ, ਉਹਦੇ ਅੰਦਰ ਕੋਈ ਹਉਮੈ ਨਹੀਂ। ਤੁਸੀਂ ਜੋ ਕਹਿੰਦੇ ਹੋ ਉਹ ਹੀ ਉਸੇ ਵਕਤ ਕਰ ਲੈਂਦਾ। ਉਹਨੂੰ 2 ਜਮਾ 2 4 ਕਹੋਗੇ ਤਾਂ 4 ਕਹੇਗਾ ਠੀਕ। ਉਹਨੂੰ 5 ਕਹਿ ਕੇ ਵੇਖ ਲਓ, ਉਹ ਗੱਲ ਮੰਨ ਲਏਗਾ। ਪਰ ਅਸੀਂ ਵੱਡੇ ਤੇ ਨਹੀਂ ਨਾ ਮੰਨਾਂਗੇ, ਕਹਾਂਗੇ ਇਹਨੂੰ ਗਲਤ ਸਿੱਖਿਆ ਦੇ ਰਿਹਾ। ਜਦੋਂ ਕੋਈ ਸਤਿਗੁਰੂ ਦੀ ਪਛਾਣ ਕਰਦਾ ਵੀ ਮੇਰਾ ਸਤਿਗੁਰੂ ਜੋ ਕਹਿੰਦੇ ਨੇ ਨਾ, ਉਹ ਬਚਨ ਸੱਤ ਹੈ, ਭਾਵੇਂ ਉਹ ਮੇਰੀ ਸਮਝ ਆ ਰਿਹਾ ਨਹੀਂ ਆ ਰਿਹਾ, ਹੈਰਾਨ ਖੋਈਦਾ। ਪਿੱਛੇ ਜੀ ਕਈ ਵਾਰ ਨੇ ਹੁਣ ਆਦਤ ਹੈ ਅੱਜ ਕੱਲ੍ਹ WhatsApp 'ਤੇ ਨਿੱਕੀ ਨਿੱਕੀ ਗੱਲ ਉਹ ਲੋਕੀ ਸਾਂਝੀ ਕਰਦੇ ਨੇ। ਕਿਸੇ ਕਮਲੇ ਅਣਜਾਣ ਨੇ ਕਹਿ ਦਿੱਤਾ ਵੀ ਮਹਾਰਾਜ ਜੀ ਤੇ ਬਾਣੀ ਵਿੱਚ ਕਹਿੰਦੇ ਨੇ ਜਲ ਕੀ ਮਛਲੀ ਚਰੈ ਖਜੂਰ, ਅਤੇ ਉਹ ਕਹਿਣ ਲੱਗੇ ਕਦੇ ਮੱਛੀ ਵੀ ਖਜੂਰ 'ਤੇ ਚੜ੍ਹੀ ਹੈ। ਉਹਨੂੰ ਪਤਾ ਹੀ ਨਹੀਂ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਜਿੰਨੇ ਪ੍ਰਮਾਣ ਵਰਤਦੇ ਨੇ, ਉਹ ਸੁਰਤੀ ਨੂੰ ਸਮਝਾਉਣ ਲਈ ਉਹ ਬਾਹਰੋਂ ਚਿੰਨ੍ਹ ਲੈਂਦੇ ਨੇ, ਕਦੇ ਬਗਲੇ ਦਾ, ਕਦੇ ਮੱਛੀ ਦਾ, ਕਦੇ ਖੰਸਾਂ ਦਾ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਕਦੇ ਸੁਖਾਗਣ, ਕਦੇ ਦੁਖਾਗਣ, ਪ੍ਰਤੀਕ ਨੇ ਪਈ ਇਹ ਸੁਰਤੀ ਨੂੰ ਕਿਵੇਂ ਪਰਮੇਸ਼ਰ ਨਾਲ ਜੋੜਨਾ ਹੈ। ਉਹਨਾਂ ਨੇ ਤੇ ਗਲਤੀ ਕੀਤੀ, ਕੋਈ ਪਛਾਣ ਨਹੀਂ ਵੀ ਮਹਾਰਾਜ ਕੁਝ ਹੋਰ ਕਹਿ ਰਹੇ ਹੋ, ਸਮਝ ਕੁਝ ਹੋਰ ਰਹਿ ਰਹੇ। ਜਿਨ੍ਹਾਂ ਦੇ ਅੰਦਰ ਦਰਦ ਸੀ ਉਹਨਾਂ ਨੇ ਵੀ ਜਵਾਬ ਦਿੱਤੇ ਬੜੇ ਖਾਸ ਹੋਏ ਨੇ। ਉਹ ਸਾਇੰਟਿਸਟ ਢੰਗ ਨਾਲ ਦੱਸਣ ਲੱਗ ਪਏ ਵੀ ਮੱਛੀ ਖਜੂਰ 'ਤੇ ਚੜ੍ਹ ਸਕਦੀ ਹੈ। ਗੱਲ ਇਹ ਨਹੀਂ ਹੈ। ਜਿਹੜਾ ਗੁਰੂ ਨੂੰ ਪਛਾਣਦਾ ਹੈ ਨਾ, ਉਹ 7 ਬਚਨ ਕਹਿ ਕੇ ਤੁਰੇਗਾ ਅਤੇ ਅੰਦਰੋਂ ਵੇਖਾਂਗੇ ਵੀ ਇਹ ਕੀ ਕਹਾਣੀ ਹੈ। ਮੈਂ 1-2 ਬਚਨ ਸਾਂਝਾ ਕਰਕੇ ਸਮਾਪਤੀ ਵੱਲ ਆਵਾਂ, ਕਿਉਂਕਿ ਵਿਚਾਰ ਚੱਲੇ
ਰੱਬ ਦੀ ਪਛਾਣ ਕਿਵੇਂ ਕਰੀਏ, ਗੁਰੂ ਦੀ ਪਛਾਣ ਕਿਵੇਂ ਕਰੀਏ, ਸਾਧੂ ਦੀ ਪਛਾਣ ਕਿਵੇਂ ਕਰੀਏ। ਜਿਹਨੇ ਪਛਾਣ ਲਿਆ ਉਹਦਾ ਰੂਪ ਖੋ ਜਾਏਗਾ। ਮਹਾਰਾਜ ਕਹਿੰਦੇ ਉਹ ਮੁਕਤ ਹੈ, ਇਹ ਗੱਲ ਸੱਚੀ ਮੰਨੋ। ਕਹਿੰਦੇ ਇਹਨੂੰ ਐਵੇਂ ਨਾ ਸਮਝਣਾ। ਹਉਮੈ ਛੱਡੋ, ਬੱਚੇ ਵਿੱਚ ਖੌਮੇ ਨਹੀਂ। ਭਗਤ ਧੰਨਾ ਜੀ ਨੂੰ ਕੀ ਹੈ, ਉਸ ਵਕਤ ਜਿਵੇਂ ਰਿਵਾਜ ਸੀ, ਬ੍ਰਾਹਮਣ ਹੈ, ਬ੍ਰਾਹਮਣ ਉਹ ਠਾਕੁਰਾਂ ਦੀ ਪੂਜਾ ਕਰਦਾ। ਭਗਤ ਧੰਨਾ ਜੀ ਕਹਿੰਦੇ ਜੀ ਮੈਨੂੰ ਵੀ ਚਾਹੀ, ਮੈਨੂੰ ਵੀ ਕਿਰਪਾ ਕਰਕੇ ਕੋਈ ਸਿੱਖ ਮੱਤ ਦਿਓ। ਤੁਸੀਂ ਆ ਜਿਹੜੇ ਪੂਜਦੇ ਹੋ ਪੱਥਰ ਨਹੀਂ, ਕਹਿੰਦੇ ਠਾਕੁਰ ਨੇ, ਇਹ ਰੱਬ ਹੈ ਮੇਰਾ, ਕਿਉਂ ਪੂਜਾ ਕਰਦੇ ਹੋ? ਕਹਿੰਦੇ ਵੀ ਇਹਦੀ ਪੂਜਾ ਤਾਂ ਕਰਦੇ ਹਾਂ ਜੋ ਮਰਜ਼ੀ ਸਾਡੀ ਜ਼ਿੰਦਗੀ ਦੀਆਂ ਲੋੜਾਂ ਹੋਣ, ਕੰਮ ਸਾਰੇ ਇਹ ਕਰ ਲੈਂਦਾ, ਫਿਰ ਤੇ ਮੈਨੂੰ ਵੀ ਦੇ ਦਿਓ ਜੀ, ਮੈਂ ਵੀ ਇਹਨਾਂ ਦੀ ਸੇਵਾ ਕਰਾਂ। ਜ਼ਰੂਰ ਉਹਨਾਂ ਨੇ ਪੱਥਰ ਸਮਝ ਕੇ ਦਿੱਤਾ ਹੈ। ਠਾਕੁਰ ਨੂੰ ਕਹਿ ਤੇ ਠਾਕੁਰ ਨੇ ਪੱਥਰ। ਭਗਤ ਧੰਨਾ ਜੀ ਪੁੱਛਦੇ ਜੀ ਸਾਰੇ ਕੰਮ ਕਰੇਗਾ? ਹਾਂ, ਕਹਿੰਦੇ ਇੱਦਾਂ ਦਾ ਤੇ ਫਿਰ ਚਾਹੀਦਾ ਸਾਨੂੰ, ਸਾਡੇ ਬੜੇ ਕੰਮ ਨੇ। ਉਹਦੇ ਅੰਦਰ ਬਿਲਕੁਲ ਖਿਆਲ ਨਹੀਂ ਵੀ ਇਹ ਪੱਥਰ ਏ, ਬ੍ਰਾਹਮਣ ਨੇ ਚਲਾਕੀ ਕੀਤੀ ਏ ਮੇਰੇ ਕੋਲੋਂ ਐਵੇਂ ਚੇਲਾ ਬਣਾਉਣ ਲਈ। ਉਹਦੇ ਅੰਦਰ ਇੱਕੋ ਖਿਆਲ ਏ ਵੀ ਜੋ ਕਿਹਾ ਏ ਉਹ ਮੈਂ ਮੰਨਣਾ ਏ। ਉਹਨੇ ਪੱਥਰ ਸਮਝ ਕੇ ਨਹੀਂ, ਜਿਉਂਦਾ ਜਾਗਦਾ ਰੱਬ ਦੀ ਭਾਵਨਾ ਅੰਦਰ ਰੱਖੇ। ਤੇ ਪਿਆਰਿਓ ਜਦੋਂ ਉੱਥੇ ਬਹਿ ਗਏ, ਇੰਨੀ ਭਾਵਨਾ ਤੇ ਭਰੋਸਾ ਤਕੜਾ ਏ ਫਿਰ ਰੱਬ ਨੂੰ ਉੱਥੋਂ ਹੀ ਪ੍ਰਗਟ ਹੋਣਾ ਪੈਂਦਾ ਹੈ। ਤੇ ਅਸੀਂ ਝਗੜੇ 'ਚ ਪੈ ਗਏ ਵੀ ਪੱਥਰ ਵਿੱਚੋਂ ਕੋ ਰੱਬ ਨਿਕਲੇਗਾ। ਪੱਥਰਾਂ 'ਚੋਂ ਨਹੀਂ ਨਿਕਲਦਾ, ਭਾਵਨਾ ਤੇ ਪਵਿੱਤਰ ਸ਼ਰਧਾ 'ਚੋਂ ਨਿਕਲਦਾ। ਉਹਨੂੰ ਬਿਲਕੁਲ ਨਹੀਂ ਪਤਾ ਵੀ ਇਹ ਕੀ ਹੈ, ਤੇ ਉਹ ਤਾਂ ਵੀ ਉੱਥੋਂ ਭਰੋਸੇ ਨਾਲ ਰੱਬ ਨੂੰ ਪ੍ਰਗਟ ਕਰ ਲੈਂਦਾ ਹੈ। ਸਾਨੂੰ ਪੂਰਾ ਪਤਾ ਹੈ ਵੀ 10 ਗੁਰੂ ਸਾਹਿਬਾਨਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਖਾਨ, ਅਸੀਂ ਤਾਂ ਵੀ ਅੰਦਰੋਂ ਰੱਬ ਨੂੰ ਪ੍ਰਗਟ ਨਹੀਂ ਕਰ ਸਕੇ, ਤੇ ਫਿਰ ਕਮੀ ਕਿੱਥੇ ਵੇ? ਹਉਮੈ ਵੇ ਨਾ ਸਾਹਮਣੇ। ਜਿਨ੍ਹਾਂ ਨੇ ਹਉਮੈ ਖਟਾ ਦਿੱਤੀ ਉਹ ਸਤਿਗੁਰੂ ਜੀ ਜੋ ਕਹਿਣਗੇ ਉਹਦੇ ਸਾਹਮਣੇ ਸਿਰ ਨਹੀਂ ਝੁਕਾਉਣਗੇ, ਉਹ ਕੰਮ ਕਰਨਗੇ ਅਮਲੀ ਤੌਰ 'ਤੇ। ਭਾਵੇਂ ਉਹਦੇ ਲਈ ਮਰਨਾ ਵੀ ਕਿਉਂ ਨਾ ਪਵੇ, ਟੁਕੜੇ ਟੁਕੜੇ ਕਿਉਂ ਨਾ ਖੋ ਜਾਣ, ਘਰ-ਬਾਰ ਕਿਉਂ ਨਾ ਸਾਰਾ ਸਾਡਾ ਲੁਟਾਇਆ ਜਾਵੇ, ਦੁਨੀਆ ਦੀ ਨਿਗਾਹ ਦੇ ਅੰਦਰ ਅਸੀਂ ਬਿਲਕੁਲ ਰੱਦੀ ਤੇ ਮਿੱਟੀ ਹੋ ਜਾਈਏ, ਇਹ ਸਾਰਾ ਕੁਝ ਦੀ ਪਰਵਾਹ ਹੀ ਨਹੀਂ। ਸਿੱਖ ਬਣਨਾ ਪੈਂਦਾ ਹੈ। ਸਿੱਖ ਉਹ ਹੈ ਜਿਹੜਾ ਸਿੱਖਣਾ ਚਾਹੁੰਦਾ ਹੈ, ਉਹਨੂੰ ਸਤਿਗੁਰੂ ਜੀ ਦੀ ਪਛਾਣ ਹੁੰਦੀ ਹੈ। ਫੋਸੋ ਭਗਤ ਧੰਨਾ ਜੀ ਵਰਗਾ, ਭਗਤ ਨਾਮਦੇਵ ਜੀ ਵਰਗਾ ਵਿਸ਼ਵਾਸ ਬਣਾਈਏ ਤੇ ਸਹੀ, ਪਰ ਸਾਥੋਂ ਬਣਨਾ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੋਵੇ ਭਈ ਬਸ ਜੋ ਮੇਰੇ ਸਤਿਗੁਰ ਨੇ, ਇਹ ਪਰਮੇਸ਼ਰ ਨੇ, ਮੈਂ ਉਹ ਕੁਝ ਕਰਨਾ। ਹੁਣ ਗਿਆਨ ਤੇ ਕਵੇਗਾ ਮੈਂ ਮੰਨਦਾ ਵਾਂ, ਪਰ ਅੰਦਰ ਉਸੇ ਤਰ੍ਹਾਂ ਵਿਤਕਰੇ, ਉਸੇ ਤਰ੍ਹਾਂ ਬਾਹਰ ਨਿਕਲ ਕੇ ਸਾਡੇ ਖਿਆਲ ਨੇ ਅੰਦਰੋਂ ਕੁਝ ਮਹਿਸੂਸ ਹੀ ਨਹੀਂ ਹੋਣਾ। ਹਾਂ, ਜਿਨ੍ਹਾਂ ਦੀ ਅੱਜ ਵੀ ਭਾਵਨਾ ਉਹ ਸਤਿਗੁਰੂ ਜੀ ਰਹਿਮਤ ਕਰਕੇ ਬਣਾ ਦੇਣ, ਉਹਨਾਂ ਨੂੰ ਦੇਰ ਨਹੀਂ ਲੱਗਦੀ ਇਸ ਰਸਤੇ 'ਤੇ ਪ੍ਰਾਪਤੀਆਂ ਕਰਦਿਆਂ। ਉਹ ਪਹਿਲੇ ਦਿਨ ਹੀ ਆਉਂਦੇ ਨੇ ਤੇ ਕਿੱਥੇ ਦੀ ਕਿੱਥੇ ਪਹੁੰਚ ਜਾਂਦੇ, ਅਸੀਂ ਈਰਖਾ ਕਰਨ ਲੱਗ ਜਾਂਦੇ ਹਾਂ। ਮੈਨੂੰ ਕਿਸੇ ਸਾਧੂ ਕੋਲ 30 ਸਾਲ ਹੋ ਗਏ ਨੇ, ਇਹ ਕੱਲ੍ਹ ਆਇਆ ਤੇ ਅੱਗੇ ਹੋ ਗਿਆ ਹੈ। ਸਾਨੂੰ 23 ਸਿਆਪੇ ਪੈ ਰਹਿੰਦੇ ਨੇ ਹਉਮੈ ਨੂੰ ਵੀ ਇਹਦੇ ਤੋਂ ਅੱਗੇ ਲੰਘਣਾ ਹੈ। ਸਤਿਗੁਰੂ ਜੀ ਕਹਿੰਦੇ ਜੇ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਲੈਣੀ, ਰੱਬ ਦੀ ਪਛਾਣ ਕਰਕੇ ਕੁਝ ਲੈਣਾ, ਗੁਰੂ ਕੋਲੋਂ ਲੈਣਾ ਹੀ, ਤੇ ਫਿਰ ਨਾ ਪਿੱਛੇ ਲੱਗ, ਅੱਗੇ ਨਾ ਲੱਗ। ਤੈਨੂੰ ਪਤਾ ਹੀ ਨਹੀਂ ਹੋਣਾ ਚਾਹੀਦਾ ਕੌਣ ਪਹਿਲਾਂ ਆਇਆ ਤੇ ਕੌਣ ਪਿੱਛੋਂ ਆਇਆ। ਤੂੰ ਸਾਲ ਗਿਣਦਾ ਏ, ਸਤਿਗੁਰੂ ਤੇਰੇ ਅੰਦਰ ਦੀ ਹਉਮੈ ਵੇਖਦੇ ਨਿਕਲੀ ਕਿ ਨਹੀਂ ਨਿਕਲੀ। ਜਿੰਨੇ ਝਗੜੇ ਪੈਂਦੇ ਨੇ ਪਿਆਰਿਓ ਧਾਰਮਿਕ ਅਸਥਾਨਾਂ 'ਤੇ ਵੀ, ਉਹ ਹਉਮੈ ਦਾ ਹੀ ਰੌਲਾ ਸਾਰਾ, ਹੋਰ ਤੇ ਕੋਈ ਨਹੀਂ। ਜਿੰਨਾ ਦੁਨੀਆ ਵਿੱਚ ਕਲੇਸ਼ ਏ, ਭਾਵੇਂ ਘਰਾਂ ਵਿੱਚ, ਭਾਵੇਂ ਮੰਦਰਾਂ ਤੇ ਗੁਰਦੁਆਰਿਆਂ ਵਿੱਚ, ਭਾਵੇਂ ਰਾਜਸੀ ਸੱਤਾ ਵਿੱਚ, ਹਰ ਜਗ੍ਹਾ 'ਤੇ ਰੌਲਾ ਹਉਮੈ ਦਾ ਹੀ ਏ। ਹਉਮੈ ਜਿਹੜੀ ਏ ਉਹ ਕਹਿੰਦੀ ਹੈ ਮੈਂ ਠੀਕ ਹਾਂ, ਮੈਂ ਵੱਡਾ ਖਾਂ, ਦੂਸਰਾ ਗਲਤ ਤੇ ਛੋਟਾ ਏ। ਜਦੋਂ ਹਉਮੈ ਮੁੱਕਦੀ ਏ, ਨਾ ਕੋਈ ਵੱਡਾ ਹੈ ਤੇ ਨਾ ਕੋਈ ਛੋਟਾ ਏ। ਉਦੋਂ ਤਾਂ ਕੇਵਲ ਆਪ ਸਿੱਖਣ ਵਾਲੀ ਬਿਰਤੀ ਲੈ ਕੇ ਬੰਦਾ ਤੁਰਿਆ ਫਿਰਦਾ ਹੈ। ਤੋ ਨਾਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਅੱਜ ਪਾਈ, ਜੇ ਪੁਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ। ਜਿਹਨੇ ਹਉਮੈ ਤਿਆਗ ਦਿੱਤੀ, ਰੱਬ ਦੀ ਪਛਾਣ ਕੇਵਲ ਉਹਨੂੰ ਆਈ ਏ। ਕਹੋ ਨਾਨਕ ਵੋ ਮੁਕਤ ਨਾਰ, ਉਹ ਆਦਮੀ ਮੁਕਤ ਹੈ, ਉਹ ਮਨੁੱਖ ਆਜ਼ਾਦ ਜੁੰਮਦਿਆਂ ਜੀ, ਉਹਦਾ ਆਉਣਾ ਜਾਣਾ ਮੁੱਕ ਗਿਆ। ਇਹ ਮਨ ਸਾਚੀ ਮਾਨ, ਇਸ ਗੱਲ ਨੂੰ ਸੱਚੀ ਕਰਕੇ ਮੰਨੋ,
ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਪਛਾਣਨ ਲਈ ਹਉਮੈ ਛੱਡ ਕੇ ਸਿੱਖ ਬਣ ਕੇ ਸਦਾ ਤੁਰੇ ਰਹੀਏ। ਜੋ ਸਤਿਗੁਰੂ ਕਹਿਣ ਬਸ ਉਹਦੇ 'ਤੇ ਕਿੰਤੂ ਵੀ ਨਾ ਕਰੀਏ। ਇਵੇਂ ਨਾ ਕਹੀਏ ਸਾਥੋਂ ਹੋਣਾ ਨਹੀਂ, ਇਵੇਂ ਨਾ ਕਹੀਏ ਖੁਰੇ ਇਹ ਗੱਲ ਠੀਕ ਵੀ ਹੈ ਕਿ ਨਹੀਂ ਠੀਕ। ਸਭੋ ਕੋ ਛੱਡ ਕੇ ਹਮ ਪਿੱਛੇ ਲਾਗ ਚਲੀ ਜਦੋਂ ਹੋਏਗੀ। ਹੌਲੀ ਹੌਲੀ ਸੰਗਤ ਦਾ ਰੰਗ ਚੜ੍ਹਦਾ, ਸਤਿਗੁਰੂ ਜੀ ਮਿਹਰਾਂ ਕਰਦੇ। ਗੁਰਸਿੱਖਾਂ ਤੋਂ ਪਤਾ ਲੱਗਦਾ ਭਾਈ ਘਬਰਾਉਣਾ ਨਹੀਂ, ਲਗਾਤਾਰ ਤੁਰੇ ਜਾਣਾ, ਇਹੀ ਚੜ੍ਹਦੀ ਕਲਾ ਏ। ਨਾ ਕਿ ਕੇਵਲ ਕਹਿਣ ਨਾਲ ਵੱਡੇ ਵੱਡੇ ਸੋਹਣੇ ਧਾਰਮਿਕ ਕੱਪੜੇ ਪਾ ਲਏ ਅਤੇ ਆਪਣੀ ਚੜ੍ਹਦੀ ਕਲਾ ਹੈ ਜਿਹਦੇ 'ਚ ਹਉਮੈ ਥੋੜ੍ਹੀ ਵੱਧ ਹੋਵੇ ਨਾ, ਜਿਹੜਾ ਟੌਰ ਨਾਲ ਤੁਰੇ ਉਹਨੂੰ ਕਹਿੰਦੇ ਤੇ ਚੜ੍ਹਦੀ ਕਲਾ ਵਾਲੇ ਨੇ। ਉਹ ਨਹੀਂ ਚੜ੍ਹਦੀ ਕਲਾ। ਜਿਹਦੀ ਚੜ੍ਹਦੀ ਕਲਾ ਹੁੰਦੀ ਹੈ ਉਹਦੀ ਸੁਰਤੀ ਨਾਮ ਨਾਲ ਜੁੜ ਕੇ ਉੱਚੀ ਸੋਚ ਰੱਖਦੀ ਏ। ਸਤਿਗੁਰੂ ਪਰਮੇਸ਼ਰ ਵਾਲੇ ਉੱਚੇ ਨਾਲ ਜੋ ਜੁੜੇ ਹੋਏ ਨੇ, ਉਹਨਾਂ ਦੇ ਅੰਦਰ ਕਿਸੇ ਦੂਸਰੇ ਦੇ ਸਾਹਮਣੇ ਛਾਤੀ ਵਿਖਾ ਕੇ ਲੰਘਦੇ ਨੇ। ਉਹ ਤਾਂ ਮਨੁੱਖਤਾ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ। ਉਹ ਕਦੇ ਨਹੀਂ ਕਹਿਣਗੇ ਅਸੀਂ ਕੁਝ ਕਰਦੇ ਹਾਂ। ਉਹ ਤਾਂ ਕਹਿਣਗੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ। ਇਹ ਸਿੱਖ ਦੀ ਪਰਿਭਾਸ਼ਾ, ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਗੁਰੂ ਜਾਣ ਕੇ ਆਪ ਉਹਦੇ ਕੋਲ ਸਿੱਖ ਰਿਹਾ, ਉਹਦੇ ਵਿੱਚੋਂ ਉਹਦੇ ਅੰਦਰੋਂ ਸ਼ਬਦ ਨਿਕਲਣਗੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ। ਜੋ ਕਿਛ ਕੀਆ ਸੋ ਹਰਿ ਕੀਆ ਕਹਿਤ ਕਬੀਰ ਕਬੀਰ। ਉਹ ਕਰਨਗੇ ਦਿਨ ਰਾਤ ਮਿਹਨਤ, ਪਰ ਕਹਿਣਗੇ ਅਸੀਂ ਤਾਂ ਕੁਝ ਕੀਤਾ ਹੀ ਨਹੀਂ। ਅਤੇ ਜਿਹੜੇ ਕੋਈ ਹਉਮੈ ਵੱਲ ਅਮਾਨੇ ਉਹ ਕੀ ਕਹੇਗਾ? ਕਹੇਗਾ ਹਮ ਕੀਆ ਹਮ ਕਰਾਂਗੇ। ਸਾਹਿਬ ਕਹਿੰਦੇ ਜੇ ਤੂੰ ਇਹ ਸੋਚ ਰਿਹਾ ਨਾ ਮੈਂ ਕੀਤਾ ਤੇ ਕਰਾਂਗਾ, ਫਿਰ ਇਹ ਵੀ ਚੇਤਾ ਰੱਖ ਹਮ ਮੂਰਖ ਗਵਾਰ। ਤੈਨੂੰ ਪਦਵੀ ਮੂਰਖਾਂ ਤੇ ਗਵਾਰਾਂ ਵਾਲੀ ਮਿਲਣੀ ਰੱਬ ਵਾਲੀ ਨਹੀਂ। ਉਹਦੀ ਪਛਾਣ ਤਾਂ ਉਹੀ ਕਰਦੇ ਨੇ ਜਿਨ੍ਹਾਂ ਦੇ ਅੰਦਰ ਹਉਮੈ ਬਿਲਕੁਲ ਨਹੀਂ। ਜੋ ਸਾਹਿਬ ਕਹਿਣ ਉਹਨੂੰ ਸਤ ਬਚਨ ਕਰਕੇ ਪ੍ਰਵਾਨ ਜਿਹੜੇ ਕਰਦੇ ਹਨ। ਸਤਿਗੁਰੂ ਜੀ ਤਰਸ ਕਰਨ, ਸਾਡੀ ਹਉਮੈ ਮੁੱਕੇ, ਸਿੱਖਿਆ ਲੈਣ ਵਾਲੀ ਸਾਡੀ ਬਿਰਤੀ ਬਣੇ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਬਾਹਰੋਂ ਜਿਵੇਂ ਪਿਆਰ ਕਰਦੇ ਹਾਂ, ਅੰਦਰੋਂ ਪਿਆਰ ਨਾਲ ਕੱਲਾ ਕੱਲਾ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।